ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨ ਕੋਏ। ਹਮ ਮੂਰਖ ਮੁਗਧ ਸ਼ਰਨਾਗਤੀ, ਕਰ ਕਿਰਪਾ ਮੇਲੇ ਹਰਿ ਸੋਇ। ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸ਼ਕਤ ਘਾਲ। ਨਾਨਕ ਤੇ ਮੁਖ ਉਜਲੇ, ਕੇਤੀ ਛੁਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸ਼ਕਤ ਘਾਲ। ਨਾਨਕ ਤੇ ਮੁਖ ਉਜਲੇ, ਕੇਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅੰਮ੍ਰਿਤਮਈ ਉਪਦੇਸ਼ ਦੀ ਵਿਚਾਰ ਦੇ ਨਾਲ ਬੜੇ ਹੀ ਅਦਬ ਸਤਿਕਾਰ ਪਿਆਰ ਸਹਿਤ ਸਾਂਝ ਬਣਾ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕਰਦਿਆਂ ਹੋਇਆਂ ਆਪਾਂ ਸਾਰਿਆਂ ਨੂੰ ਇਹ ਉੱਤਮ ਸਮਾਂ ਬਖਸ਼ਿਸ਼ ਕੀਤਾ ਹੈ, ਜਿਸ ਸਦਕਾ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ, ਜੋ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਰੰਭਲੀ ਮੁੱਢਲੀ ਬਾਣੀ ਹੈ, ਜਿਸ ਨੂੰ ਆਪਾਂ ਸਾਰੇ ਹੀ ਸਤਿਕਾਰ ਸਹਿਤ ਜਪ ਜੀ ਸਾਹਿਬ ਆਖਦੇ ਹਾਂ। ਇਸ ਪਾਵਨ ਬਾਣੀ ਦੀ ਲੜੀਵਾਰ ਪਾਠ ਵਿਚਾਰ ਅਤੇ ਵਿਆਖਿਆ ਆਪ ਜੀ ਸ਼ਰਵਣ ਕਰਦੇ ਹੋ। ਬੜੇ ਪਿਆਰ ਸਤਿਕਾਰ ਇਕਾਗਰਤਾ ਨਾਲ ਆਪ ਜੀ ਨੇ ਆਰੰਭ ਤੋਂ ਲੈ ਕੇ ਸਾਰੀ ਪਾਵਨ ਬਾਣੀ ਦਾ ਵਿਚਾਰ ਸਿਧਾਂਤ ਜੋ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਸਤਿਗੁਰੂ ਦੇ ਐਸੇ ਉਪਦੇਸ਼ ਦੀ ਵਿਚਾਰ ਦੇ ਨਾਲ ਆਪ ਜੀ ਨੇ ਆਪਣੀਆਂ ਬਿਰਤੀਆਂ ਨੂੰ ਇਕਾਗਰ ਕਰੀ ਰੱਖਿਆ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਮਤ ਬੁੱਧ ਸਮਰੱਥਾ ਮੁਤਾਬਕ ਆਪਾਂ ਯਤਨ ਕੀਤਾ ਹੈ ਕਿ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਇਸ ਉਪਦੇਸ਼ ਨੂੰ ਆਪਾਂ ਕੁਝ ਨਾ ਕੁਝ ਵਿਚਾਰ ਕੇ ਸਮਝ ਸਕੀਏ, ਤਾਂ ਕਿ ਸਤਿਗੁਰੂ ਦੀ ਕਹੀ ਹੋਈ ਹਰ ਇੱਕ ਵਿਚਾਰ ਸਾਡੇ ਜੀਵਨ ਦਾ ਹਿੱਸਾ ਬਣ ਸਕੇ। ਇਸ ਪਾਵਨ ਬਾਣੀ ਦੀਆਂ ਕੁੱਲ 38 ਪੌੜੀਆਂ, ਜਿਨ੍ਹਾਂ ਦੀ ਆਪ ਜੀ ਨੇ ਲੜੀਵਾਰ ਵਿਚਾਰ ਵਿਆਖਿਆ ਸ਼ਰਵਣ ਕੀਤੀ ਏ। ਮੰਗਲਾਚਰਨ ਤੋਂ ਬਾਅਦ ਇੱਕ ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਜਿਸ ਦੀ ਆਪਾਂ ਆਰੰਭ ਵਿੱਚ ਵਿਚਾਰ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ। ਭਾਵੇਂ ਕਿ ਉਸ ਸ਼ਲੋਕ ਦੇ ਉੱਪਰ ਸਿਰਲੇਖ ਸ਼ਲੋਕ ਦਾ ਨਹੀਂ ਹੈ, ਪਰ ਗੁਰਮਤਿ ਦੇ ਵਿਦਵਾਨਾਂ ਦਾ ਇਹ ਖਿਆਲ ਹੈ ਕਿ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਪਾਵਨ ਬਾਣੀ ਸੁਖਮਨੀ ਸਾਹਿਬ ਦੇ ਅੰਦਰ ਲਗ ਮਾਤਰ ਦੇ ਥੋੜੇ ਜਿਹੇ ਮਾਮੂਲੀ ਜਿਹੇ ਫਰਕ ਦੇ ਨਾਲ ਇਸ ਨੂੰ ਸਤਿਗੁਰੂ ਜੀ ਨੇ ਸ਼ਲੋਕ ਕਰਕੇ ਲਿਖਿਆ। ਜਿਸ ਪਾਵਨ ਸ਼ਲੋਕ ਦਾ ਆਪ ਜੀ ਨੇ ਪਾਠ ਸ਼ਰਵਣ ਕੀਤਾ ਹੈ, ਇਹ 38 ਪੌੜੀਆਂ ਦੀ ਸਮਾਪਤੀ ਤੋਂ ਬਾਅਦ ਅੰਕਿਤ ਕੀਤਾ ਗਿਆ ਜਪ ਬਾਣੀ ਦੇ ਅਖੀਰ ਉਤੇ ਸਮਾਪਤੀ ਉੱਪਰ, ਔਰ ਇਸ ਦੇ ਉੱਪਰ ਜੋ ਸਿਰਲੇਖ ਹੈ ਉਹ ਸ਼ਲੋਕ ਦਾ ਹੈ। ਇਸ ਕਰਕੇ ਵਿਦਵਾਨਾਂ ਨੇ ਜਪ ਬਾਣੀ ਦੀ ਤਰਤੀਬ ਬਿਆਨ ਕਰਦਿਆਂ ਕਿਹਾ ਮੰਗਲਾਚਰਨ, ਜਿਸ ਨੂੰ ਆਪਾਂ ਮੂਲ ਮੰਤਰ ਵੀ ਕਹਿੰਦੇ ਹਾਂ, ਉਸ ਤੋਂ ਬਾਅਦ ਸ਼ਲੋਕ ਆਉਂਦਾ ਹੈ। ਸ਼ਲੋਕ ਤੋਂ ਬਾਅਦ ਪਹਿਲੀ ਪੌੜੀ ਆਰੰਭ ਹੁੰਦੀ ਹੈ, ਜੋ ਨਿਰੰਤਰ 38 ਪੌੜੀਆਂ ਤੱਕ ਇਹ ਪਾਠ ਚੱਲਦਾ ਹੈ। 38 ਪੌੜੀਆਂ ਦੀ ਸਮਾਪਤੀ ਤੋਂ ਬਾਅਦ ਫਿਰ ਇੱਕ ਸ਼ਲੋਕ ਆਉਂਦਾ ਹੈ। ਇਸ ਤਰ੍ਹਾਂ ਜਪ ਬਾਣੀ ਦੇ ਅੰਦਰ 2 ਸ਼ਲੋਕ ਅਤੇ 38 ਪੌੜੀਆਂ ਸੁਭਾਈਮਾਨ ਨੇ, ਦਰਜ ਨੇ। ਔਰ ਧਿਆਨ ਦੇਣ ਵਾਲੀ ਗੱਲ ਇਹ ਹੈ, ਜਿਸ ਪਾਵਨ ਸ਼ਲੋਕ ਨੂੰ ਆਪ ਜੀ ਨੇ ਸ਼ਰਵਣ ਕੀਤਾ ਹੈ, ਵੈਸੇ ਸ਼ਲੋਕ ਦਾ ਅਰਥ ਕੋਸ਼ਕਾਰਾਂ ਨੇ ਵੱਖਰੇ ਵੱਖਰੇ ਢੰਗ ਦੇ ਨਾਲ ਇਸ ਦੇ ਅਰਥ ਲਿਖਦਿਆਂ ਹੋਇਆਂ ਕਿਹਾ ਵੀ ਸ਼ਲੋਕ ਦਾ ਭਾਵ ਹੁੰਦਾ ਹੈ ਸ਼ਲਾਘਾ ਕਰਨੀ, ਜਸ ਕਰਨਾ, ਕੋਈ ਛੰਦ ਰਚਨਾ ਕਰਨੀ। ਛੰਦ ਦਾ ਵੀ ਇੱਕ ਕਿਸਮ ਜਿਹੜੀ ਹੈ ਉਹ ਸ਼ਲੋਕ ਹੈ, ਪਦਾ ਆਦਿਕ ਲਿਖਣਾ। ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਅਰਥ ਜਿਹੜੇ ਹਨ ਉਹ ਕੋਸ਼ਕਾਰਾਂ ਨੇ ਸ਼ਲੋਕ ਦੇ ਕੀਤੇ ਨੇ।
ਜਿਵੇਂ ਜਪ ਬਾਣੀ ਦੇ ਅੰਦਰ 2 ਸ਼ਲੋਕਾਂ ਦਾ ਇਸ ਬਾਣੀ ਦੀ ਤਰਤੀਬ ਮੁਤਾਬਕ ਗੁਰਮਤਿ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ, ਉਸੇ ਤਰ੍ਹਾਂ ਆਪ ਜੀ ਦੇ ਧਿਆਨ ਹਿਤ ਹੈ ਇਹ ਪਾਵਨ ਸ਼ਲੋਕ ਜਿਹੜਾ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕੁੱਲ 2 ਵਾਰ ਆਇਆ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਜਿਹੜਾ ਅਸੀਂ ਅਖੀਰ ਉੱਤੇ ਸਤਿਗੁਰੂ ਜੀ ਦਾ ਪਾਵਨ ਸ਼ਲੋਕ ਪੜ੍ਹਦੇ ਹਾਂ ਜਪ ਬਾਣੀ ਦੇ, ਇਹ 2 ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਇੱਕ ਵਾਰ ਤਾਂ ਜਪ ਬਾਣੀ ਦੀ ਸਮਾਪਤੀ ਉੱਤੇ ਦਰਜ ਹੈ ਜਿਸ ਦੀ ਆਪਾਂ ਵਿਚਾਰ ਕਰਨੀ ਹੈ, ਤੇ ਦੂਸਰੀ ਵਾਰ ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 146 ਨੰਬਰ ਪੰਨੇ ਉੱਪਰ ਵੀ ਦਰਜ ਹੈ। ਉੱਥੇ ਇਸ ਦੇ ਕੁੱਲ 4 ਭੇਦ ਨੇ। ਇਸ ਸ਼ਲੋਕ ਵਿੱਚ ਤੇ ਉਸ ਸ਼ਲੋਕ ਵਿੱਚ 4 ਥਾਈਂ ਫਰਕ ਆਇਆ ਹੈ। ਸੰਖੇਪ ਵਿੱਚ ਮੈਂ ਜ਼ਿਕਰ ਕਰਦੇ ਹਾਂ। ਜਿਵੇਂ ਇੱਥੇ ਸਤਿਗੁਰੂ ਮਹਾਰਾਜ ਨੇ ਜਪ ਬਾਣੀ ਦੇ ਅੰਦਰ ਪਵਨ ਸ਼ਬਦ ਲਿਖਿਆ ਹੈ, ਉੱਥੇ ਪੌਣ ਸ਼ਬਦ ਲਿਖਿਆ ਹੈ, ਵਵੇ ਦੀ ਜਗ੍ਹਾ ਉੱਤੇ ਊੜਾ ਪਾਇਆ ਗਿਆ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਦਿਵਸ ਸ਼ਬਦ ਵਰਤਿਆ, ਦਿਵਸ ਰਾਤ ਦੋਇ ਦਾਈ ਦਾਇਆ, ਉੱਥੇ ਦਿਨਸ ਵਰਤਿਆ, ਵਵੇ ਦੀ ਜਗ੍ਹਾ ਤੇ ਨੰਨਾ ਸ਼ਬਦ ਵਰਤਿਆ ਗਿਆ। ਇੱਥੇ ਸਤਿਗੁਰੂ ਜੀ ਨੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਵਾਚੈ ਚਿੱਚੇ ਨੂੰ ਦਲਾਵਾਂ ਪਾਈਆਂ ਹੋਈਆਂ ਨੇ, ਉੱਥੇ ਵਾਚੇ ਚਿੱਚੇ ਨੂੰ ਇੱਕ ਲਾਂ ਪਾਈ ਹੋਈ ਹੈ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਖੀਰਲੀ ਪੰਕਤੀ ਦੇ ਵਿੱਚ ਕਿਹਾ, ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਇੱਥੇ ਕੇਤੀ ਸ਼ਬਦ ਹੈ, ਉੱਥੇ ਸਤਿਗੁਰੂ ਮਹਾਰਾਜ ਨੇ ਕੇਤੀ ਸ਼ਬਦ ਪਹਿਲਾਂ ਇੱਕ ਹੋਰ ਸ਼ਬਦ ਦੀ ਵਰਤੋਂ ਕੀਤੀ ਹੈ। ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ, ਉੱਥੇ ਹੋਰ ਸ਼ਬਦ ਦੀ ਵਰਤੋਂ ਸਤਿਗੁਰੂ ਨੇ ਕੀਤੀ ਹੈ। ਇਸ ਤਰ੍ਹਾਂ ਇਸ ਸ਼ਲੋਕ ਤੇ ਉਸ ਸ਼ਲੋਕ ਵਿੱਚ ਕੁੱਲ ਮੂਲ ਰੂਪ ਵਿੱਚ 4 ਕੁ ਭੇਦ ਹਨ, 4 ਕੁ ਫਰਕ ਹਨ ਉਚਾਰਨ ਦੇ ਵਿੱਚ। ਵਿਦਵਾਨਾਂ ਦਾ ਖਿਆਲ ਹੈ ਹੋਰ ਸ਼ਬਦ ਤੋਂ ਇਲਾਵਾ ਜਿਹੜੇ ਇਹ ਬਾਕੀ ਭੇਦ ਹਨ ਇਹਨਾਂ ਦੇ ਨਾਲ ਕੋਈ ਬਹੁਤਾ ਅਰਥਾਂ ਵਿੱਚ ਫਰਕ ਤੇ ਨਹੀਂ ਪੈਂਦਾ, ਪਰ ਉਚਾਰਨ ਦੇ ਵਿੱਚ ਫਰਕ ਜਿਹੜਾ ਹੈ ਉਹ ਦੋਵਾਂ ਸ਼ਲੋਕਾਂ ਦੇ, ਕਿਉਂਕਿ ਅੱਖਰੀ ਭਾਸ਼ਾ ਵੱਖ-ਵੱਖ ਹੋਣ ਕਰਕੇ ਉਚਾਰਨ ਦੇ ਵਿੱਚ ਅੰਤਰ ਜਿਹੜਾ ਹੈ ਉਹ ਸੂਖਮ ਜਿਹਾ ਜ਼ਰੂਰ ਆਉਂਦਾ ਹੈ। ਹੁਣ ਧਿਆਨ ਦੇਣ ਵਾਲੀ ਬਾਤ ਹੈ, ਭਾਵੇਂ ਇਸ ਪਾਵਨ ਬਾਣੀ ਦੇ ਆਰੰਭ ਵਿੱਚ ਜਾਂ ਇਸ ਸ਼ਲੋਕ ਦੇ ਉੱਪਰ ਇਹ ਸਿਰਲੇਖ ਨਹੀਂ ਹੈ ਮਹੱਲਾ ਪਹਿਲਾ, ਦੂਜਾ, ਤੀਜਾ ਇਤਿਆਦਿਕ, ਭਾਵ ਇਹ ਕਿਸ ਗੁਰੂ ਸਾਹਿਬਾਨ ਜੀ ਦੀ ਉਚਾਰਨ ਕੀਤੀ ਬਾਣੀ ਹੈ, ਪਰ ਸਮੁੱਚੇ ਵਿਦਵਾਨਾਂ ਨੇ ਇੱਕ ਮਤ ਹੁੰਦਿਆਂ, ਇੱਕ ਰਾਏ ਦਿੰਦਿਆਂ ਇਹ ਸਾਡੇ ਨਾਲ ਵਿਚਾਰ ਸਾਂਝਾ ਕਰ ਲਿਆ ਆਪਣੀ ਖੋਜ ਦੇ ਆਧਾਰ ਉੱਤੇ ਵੀ ਇਹ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੀ ਪਾਵਨ ਬਾਣੀ ਹੈ ਜੋ ਸਭ ਤੋਂ ਪਹਿਲਾਂ ਆਰੰਭ ਵਿੱਚ ਦਰਜ ਹੈ। ਇਸ ਦੀ ਬੋਲੀ, ਇਸ ਦੀ ਸ਼ੈਲੀ, ਇਸ ਦੇ ਵਿਚਾਰਾਂ ਦਾ ਪ੍ਰਵਾਹ, ਇਸ ਦੇ ਅੱਖਰਾਂ ਦੀ ਬਣਤਰ, ਜੋ ਭਾਸ਼ਾ ਵਿਗਿਆਨੀ ਨੇ, ਬੋਲੀ ਦੇ ਵਿਦਵਾਨ ਨੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੂੜ ਵਿਦਿਆ ਦੇ ਜਾਣੂ ਨੇ, ਉਹਨਾਂ ਨੇ ਇਹਨਾਂ ਸਾਰੀਆਂ ਗੱਲਾਂ ਦੀ ਨਿਰਖ ਪਰਖ ਤੋਂ ਬਾਅਦ ਔਰ ਕੁਝ ਇਤਿਹਾਸਕ ਪ੍ਰਮਾਣਾਂ ਤੋਂ ਬਾਅਦ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਇਸ ਪਾਵਨ ਬਾਣੀ ਦਾ ਰਚਨ ਰਚਿਆ। ਪਰ ਜਿਹੜਾ ਸ਼ਲੋਕ ਹੈ ਅਖੀਰ ਉੱਤੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, 146 ਨੰਬਰ ਪੰਨੇ ਉੱਤੇ ਜਿੱਥੇ ਇਹ ਸ਼ਲੋਕ ਦਰਜ, ਉੱਥੇ ਇਸ ਦਾ ਸਿਰਲੇਖ ਮਹੱਲਾ ਦੂਜਾ ਕਰਕੇ ਪਾਇਆ ਹੋਇਆ। ਭਾਵ ਉਹ ਸ਼ਲੋਕ ਨੂੰ ਪੜ੍ਹਦਿਆਂ ਕੋਈ ਸੰਸਾ ਨਹੀਂ ਰਹਿ ਜਾਂਦਾ ਵੀ ਇਹ ਸ਼ਲੋਕ ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਦਾ ਉਚਾਰਨ ਕੀਤਾ ਹੈ। ਇਸ ਕਰਕੇ ਵਿਦਵਾਨ ਜਨਾਂ ਨੇ ਜੋ ਸਾਡੇ ਸਾਹਮਣੇ ਇੱਕ ਹੋਰ ਵੀ ਨਿਰਣਾ ਰੱਖਿਆ ਹੈ, ਭਾਵੇਂ ਸਾਰੀ ਬਾਣੀ ਇਕਸਾਰ ਹੈ ਔਰ ਸਤਿਗੁਰੂ ਜੀ ਨੇ ਇਹਦੀ ਬਣਤਰ ਬੜੇ ਸੁੰਦਰ ਢੰਗ ਦੇ ਨਾਲ ਬਣਾਈ, ਪਰ ਕਿਉਂਕਿ ਵਿਦਵਾਨ ਗੁਰਬਾਣੀ ਦੀ ਖੋਜ ਦੇ ਆਧਾਰ ਉੱਤੇ ਕੋਈ ਨਿਰਣਾ, ਕੋਈ ਤੱਥ, ਕੋਈ ਵਿਚਾਰ ਸਾਡੇ ਨਾਲ ਸਾਂਝਾ ਕਰਦੇ ਨੇ, ਤਾਂ ਸਾਡਾ ਫਰਜ਼ ਬਣਦਾ ਹੈ ਉਹਨਾਂ ਦੇ ਉਸ ਵਿਚਾਰ ਨੂੰ ਵੀ ਅਸੀਂ ਬੜੀ ਧੀਰਜ ਤੇ ਧਰਮ ਦੇ ਨਾਲ ਸ਼ਰਵਣ ਕਰੀਏ ਤੇ ਫਿਰ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਉਹ ਉਹਨਾਂ ਦਾ ਵਿਚਾਰ ਜਿਹੜਾ ਉਹ ਕਿਸ ਮੁਤਾਬਕ ਹੈ। ਜਿਵੇਂ ਵਿਦਵਾਨਾਂ ਨੇ ਸਾਡੇ ਨਾਲ ਇਹ ਗੱਲ ਸਾਂਝੀ ਕੀਤੀ ਹੈ ਵੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਇਹ ਸ਼ਲੋਕ 2 ਵਾਰ ਦਰਜ ਹੈ। ਜਪ ਬਾਣੀ ਦੀ ਅਖੀਰ ਉੱਤੇ ਹੈ, 146 ਨੰਬਰ ਪੰਨੇ ਉੱਤੇ ਗੁਰੂ ਅੰਗਦ ਸਾਹਿਬ ਜੀ ਦੇ ਨਾਮ ਹੇਠ ਦਰਜ ਹੈ, ਮਹੱਲਾ ਦੂਜਾ ਦੇ ਨਾਮ ਹੇਠ। ਤਾਂ ਉਹਨਾਂ ਵਿਦਵਾਨਾਂ ਨੇ ਕਿਹਾ ਵੀ ਇਹ ਸ਼ਲੋਕ ਜਿਹੜਾ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ, ਪਰ ਤਰਤੀਬ ਮੁਤਾਬਕ ਇਸ ਸ਼ਲੋਕ ਨੂੰ ਜਪ ਬਾਣੀ ਦੇ ਵਿੱਚ ਵੀ ਦਰਜ ਕੀਤਾ ਗਿਆ ਹੈ, ਭਾਵੇਂ ਇਸ ਉੱਪਰ ਇਹ ਸੰਕੇਤ ਨਹੀਂ ਹੈ ਵੀ ਇਹ ਦੂਜੇ ਪਾਤਸ਼ਾਹ ਦਾ ਹੈ। ਸੋ ਉਹਨਾਂ ਵਿਦਵਾਨਾਂ ਨੇ ਉਸ ਸਿਰਲੇਖ ਤੋਂ ਇਹ ਨਿਰਣਾ ਸਾਡੇ ਨਾਲ ਸਾਂਝਾ ਕੀਤਾ ਹੈ ਵੀ ਬਾਣੀ ਦੀ ਤਰਤੀਬ ਇਹ ਕਹਿੰਦੀ ਹੈ ਵੀ ਇਹ ਸ਼ਲੋਕ ਦੂਜੇ ਪਾਤਸ਼ਾਹ ਦਾ ਹੈ। ਸੋ ਇਸ ਢੰਗ ਦੇ ਨਾਲ ਅਸੀਂ ਉਹਨਾਂ ਵਿਦਵਾਨਾਂ ਦੀ ਇਸ ਰਾਏ ਦਾ ਵੀ ਪੂਰਨ ਸਨਮਾਨ ਕਰਦੇ ਹਾਂ ਕਿ ਉਹਨਾਂ ਨੇ ਜੋ ਬਾਣੀ ਦੀ ਬਣਤਰ ਦੇ ਵਿੱਚ ਜੋ ਤੱਕਿਆ ਹੈ, ਜੋ ਵੇਖਿਆ ਹੈ, ਉਹ ਸਾਡੇ ਨਾਲ ਸਾਂਝਾ ਕੀਤਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਸ ਪਾਵਨ ਸ਼ਲੋਕ ਨੂੰ ਜਪ ਬਾਣੀ ਦੇ ਅਖੀਰ ਉੱਤੇ 38 ਪੌੜੀਆਂ ਤੋਂ ਬਾਅਦ ਦਰਜ ਕਰਨ ਦਾ ਇੱਕ ਭਾਵ ਹੈ, ਕਿਉਂਕਿ ਸਤਿਗੁਰੂ ਜੀ ਨੇ ਪਹਿਲੀ ਪੌੜੀ ਤੋਂ ਲੈ ਕੇ 38 ਨੰਬਰ ਪੌੜੀ ਦੀ ਸਮਾਪਤੀ ਤੱਕ ਸਚਿਆਰੇ ਬਣਨ ਦੀ ਜੋ ਜੁਗਤ ਦ੍ਰਿੜ ਕਰਵਾਈ ਏ, ਉਸ ਦੇ ਵੱਖ-ਵੱਖ ਪੜਾਅ ਸਾਨੂੰ ਦੱਸੇ ਨੇ, ਔਰ ਫਿਰ ਅਖੀਰਲੀ ਪੌੜੀ ਦੇ ਵਿੱਚ ਸਤਿਗੁਰੂ ਨੇ ਸਾਨੂੰ ਦੱਸਿਆ, ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਦੀ ਨਦਰ ਹੁੰਦੀ ਏ, ਬਖਸ਼ਿਸ਼ ਹੁੰਦੀ ਏ, ਕਿਰਪਾ ਤੇ ਰਹਿਮਤ ਦੇ ਉਹ ਪਾਤਰ ਬਣਦੇ ਨੇ, ਉਹ ਸੱਚੀ ਟਕਸਾਲ ਦੇ ਵਿੱਚ, ਗੁਣਾਂ ਦੀ ਟਕਸਾਲ ਦੇ ਵਿੱਚ
ਆਪਣੇ ਜੀਵਨ ਨੂੰ, ਕਿਰਦਾਰ ਨੂੰ, ਵਿਹਾਰ ਨੂੰ, ਮਨ ਨੂੰ, ਆਚਰਣ ਨੂੰ ਘੜਦੇ ਨੇ। ਔਰ ਉਹਨਾਂ ਦੇ ਜੀਵਨ ਦੀ ਘਾਟ ਜਿਸ ਵੇਲੇ ਇਹਨਾਂ ਗੁਣਾਂ ਦੀ ਟਕਸਾਲ, ਸੱਚੀ ਟਕਸਾਲ ਦੇ ਵਿੱਚ ਹੋ ਜਾਂਦੀ, ਉਹ ਪ੍ਰਮਾਣਿਕ ਜੀਵਨ ਵਾਲੇ ਗੁਣੀ ਜਨ, ਸਚਿਆਰੇ ਮਨੁੱਖ ਜਿਹੜੇ ਨੇ, ਉਹ ਫਿਰ ਪ੍ਰਮਾਣਿਕ ਸਿੱਕੇ ਵਾਂਗ ਪ੍ਰਮਾਣਿਕ ਹੋ ਕੇ, ਸਚਿਆਰੇ ਬਣ ਕੇ ਵਾਹਿਗੁਰੂ ਦੀ ਨਦਰ ਤੇ ਕਰਮ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਹਨ। ਅਖੀਰ ਦੇ ਉੱਪਰ ਸ਼ਲੋਕ ਦਰਜ ਹੈ। ਸ਼ਲੋਕ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜਾ ਹੀ ਸੁੰਦਰ ਪ੍ਰਤੀਕ ਵਰਤਿਆ ਹੈ। ਆਰੰਭ ਵਿੱਚ ਇੱਕ ਬੇਨਤੀ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਸਤਿਗੁਰੂ ਨੇ ਆਪਣਾ ਉਪਦੇਸ਼, ਆਪਣਾ ਵਿਚਾਰ ਸਾਨੂੰ ਸਮਝਾਉਣ ਵਾਸਤੇ ਸਮਾਜ ਦੀਆਂ ਪ੍ਰਚਲਿਤ ਉਦਾਹਰਨਾਂ ਵੀ ਵਰਤੀਆਂ ਹਨ। ਸਾਡੀ ਕਿਰਤ ਵਿਰਤ ਨਾਲ ਸੰਬੰਧ ਰੱਖਦੀਆਂ ਉਦਾਹਰਨਾਂ ਵੀ, ਜਿਵੇਂ ਕਿਰਸਾਨੀ ਨਾਲ ਸੰਬੰਧ ਰੱਖਦੀਆਂ, ਵਪਾਰ ਨਾਲ ਸੰਬੰਧ ਰੱਖਦੀਆਂ, ਸੋਨੇ ਦਾ ਕਿੱਤਾ ਕਰਨ ਵਾਲੇ ਕਾਰੀਗਰ ਸੁਨਿਆਰ ਨਾਲ ਸੰਬੰਧ ਰੱਖਦੀਆਂ, ਲੋਹੇ ਦਾ ਕਰਮ ਕਰਨ ਵਾਲੇ ਕਾਰੀਗਰ ਨਾਲ ਸੰਬੰਧ ਰੱਖਦੀਆਂ, ਨੌਕਰਾਂ ਚਾਕਰਾਂ ਦੀ ਜੋ ਡਿਊਟੀ ਏ ਉਹਦੇ ਨਾਲ ਸੰਬੰਧ ਰੱਖਦੀਆਂ, ਤਰ੍ਹਾਂ ਤਰ੍ਹਾਂ ਦੀਆਂ ਉਦਾਹਰਨਾਂ ਸਤਿਗੁਰੂ ਜੀ ਨੇ ਪੇਸ਼ਿਆਂ, ਕਿੱਤਿਆਂ ਦੇ ਨਾਲ, ਕਿਰਤ ਦੇ ਨਾਲ ਸੰਬੰਧ ਰੱਖਦੀਆਂ ਵੀ ਵਰਤੀਆਂ ਨੇ। ਕੁਦਰਤ ਦੀਆਂ ਗੱਲਾਂ, ਹਵਾ ਦੀ ਉਦਾਹਰਣ, ਪਾਣੀ ਦੀ ਉਦਾਹਰਣ, ਮਿੱਟੀ ਦੀ ਉਦਾਹਰਣ, ਨਦੀਆਂ, ਦਰਿਆਵਾਂ, ਸਰੋਵਰਾਂ ਦੀ ਉਦਾਹਰਣ, ਘਾਹ ਦੀ ਉਦਾਹਰਣ, ਜੰਗਲਾਂ ਦੀ ਉਦਾਹਰਣ, ਪਸ਼ੂਆਂ ਪੰਛੀਆਂ ਦੀ ਉਦਾਹਰਣ, ਸਾਡੇ ਆਲੇ ਦੁਆਲੇ ਵਿੱਚੋਂ ਇਹ ਉਦਾਹਰਨਾਂ ਵੀ ਵਰਤੀਆਂ ਨੇ। ਪ੍ਰਤੀਕ ਵੀ ਵਰਤੇ ਹਨ। ਸਤਿਗੁਰੂ ਜੀ ਨੇ ਜੋ ਪੁਰਾਣੀਆਂ ਮਨੌਤਾਂ ਸਨ, ਜੋ ਪੁਰਾਣੇ ਵਿਚਾਰ ਚੱਲੇ ਆ ਰਹੇ ਸਨ, ਭਾਵੇਂ ਉਹ ਖਰੇ ਨੇ ਜਾਂ ਭਾਵੇਂ ਖਰੇ ਨਹੀਂ, ਉਹ ਵਿਚਾਰ ਵੀ ਸਤਿਗੁਰੂ ਨੇ ਪ੍ਰਤੀਕ ਦੇ ਰੂਪ ਵਿੱਚ, ਉਦਾਹਰਣ ਦੇ ਰੂਪ ਵਿੱਚ ਵਰਤ ਲਏ ਹਨ, ਤਾਂ ਕਿ ਸਤਿਗੁਰੂ ਆਪਣੀ ਗੱਲ ਸਾਨੂੰ ਸੌਖੇ ਢੰਗ ਦੇ ਨਾਲ ਸਮਝਾ ਸਕਣ। ਸੋ ਇਸੇ ਤਰ੍ਹਾਂ ਇਸ ਪਾਵਨ ਸ਼ਲੋਕ ਨੂੰ ਪੜ੍ਹਦਿਆਂ ਹੋਇਆਂ, ਭਾਵੇਂ ਵਿਦਵਾਨ ਜਨਾਂ ਵੱਲੋਂ ਇਸ ਦੇ ਕਈ ਕਿਸਮ ਦੇ ਅਰਥ ਵੀ ਸਾਡੇ ਸਾਹਮਣੇ ਆਉਂਦੇ ਨੇ, ਪਰ ਬੜਾ ਸੰਖੇਪ ਜਿਹਾ ਵਿਚਾਰ ਇਸ ਬਾਬਤ ਮੈਂ ਕੇਵਲ ਇੰਨਾ ਕੁ ਆਪ ਜੀ ਦੇ ਨਾਲ ਸਾਂਝਾ ਕਰਨਾ ਚਾਹਾਂਗਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਸਾਰੇ ਸ਼ਲੋਕ ਦੇ ਅੰਦਰ ਵੀ ਕੇਵਲ ਤੇ ਕੇਵਲ ਇੱਕ ਪ੍ਰਤੀਕ ਵਰਤਿਆ ਹੈ। ਪ੍ਰਤੀਕ ਕੀ ਵਰਤਿਆ ਹੈ? ਜਿਵੇਂ ਮਨੁੱਖ ਦਾ ਜਨਮ ਹੁੰਦਾ ਹੈ, ਜਨਮ ਦਾ ਜੋ ਆਧਾਰ ਬਣਦਾ ਹੈ ਉਹ ਮਾਤਾ ਤੇ ਪਿਤਾ ਬਣਦੇ ਨੇ। ਮਾਤਾ ਪਿਤਾ ਦੇ ਸੰਯੋਗ ਤੋਂ ਬੱਚੇ ਦਾ ਜਨਮ ਹੋਇਆ, ਤੇ ਮਾਤਾ ਪਿਤਾ ਦੇ ਸੰਯੋਗ ਤੋਂ ਜਿਸ ਵੇਲੇ ਬੱਚੇ ਦਾ ਜਨਮ ਹੋਇਆ, ਉਸ ਨੂੰ ਖਿਡਾਉਣ ਵਾਸਤੇ, ਉਸ ਦੀ ਪਰਵਰਿਸ਼ ਵਾਸਤੇ ਤਕੜੇ ਘਰ, ਅਕਸਰ ਹੀ ਰੱਜੇ ਪੁੱਜੇ ਸਰਦੇ ਪੁੱਜਦੇ ਘਰ, ਨੌਕਰ ਚਾਕਰ ਵੀ ਰੱਖ ਲੈਂਦੇ ਨੇ। ਬੱਚੇ ਨੂੰ ਸੰਭਾਲਣਾ, ਹਰ ਵੇਲੇ ਉਸ ਦੀ ਪਰਵਰਿਸ਼ ਵਿੱਚ ਧਿਆਨ ਦੇਣਾ। ਤੋਂ ਦਾਇਆ ਦਾਈ ਦਾ ਅਰਥ ਹੁੰਦਾ ਹੈ ਵੀ ਜਿਹੜੀ ਦਾਈ ਹੈ ਜਾਂ ਦਾਇਆ ਹੈ, ਭਾਵ ਦੋ ਨੌਕਰ ਨੇ ਜਿਹੜੇ ਬੱਚੇ ਦੇ ਖਿਡਾਵਾ ਤੇ ਖਿਡਾਵੀ ਹੁੰਦੇ ਨੇ। ਕੁਝ ਇਸ ਤਰ੍ਹਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਤੀਕ ਵਰਤਦਿਆਂ ਹੋਇਆਂ ਫਿਰ ਉਸ ਬੱਚੇ ਨੂੰ ਪੜ੍ਹਾਉਣ ਤੇ ਸਿਖਾਉਣ ਤੇ ਹੋਰ ਦੁਨਿਆਵੀ ਸਿੱਖਿਆ ਦੇਣ ਵਾਸਤੇ ਕੋਈ ਉਸਤਾਦ ਰੱਖਿਆ ਜਾਂਦਾ, ਜਿਹਨੂੰ ਗੁਰੂ ਵੀ ਕਿਹਾ ਜਾਂਦਾ। ਗੁਰੂ ਦਾ ਅਰਥ ਉਸਤਾਦ ਵੀ ਹੁੰਦਾ। ਉਹ ਵੀ ਨਿਯਤ ਕੀਤਾ ਜਾਂਦਾ, ਉਹ ਪੜ੍ਹਾਉਂਦਾ, ਲਿਖਾਉਂਦਾ, ਸਿਖਾਉਂਦਾ, ਸੰਸਾਰ ਦੀ ਗਿਆਨ ਦੇ ਨਾਲ ਸਾਂਝ ਬਣਾਉਣ ਦੀ ਕੋਸ਼ਿਸ਼ ਕਰਦਾ। ਇਸ ਤਰ੍ਹਾਂ ਇੱਕ ਮਨੁੱਖ ਦੀ ਸਧਾਰਨ ਰੂਪ ਦੇ ਵਿੱਚ ਪਰਵਰਿਸ਼ ਹੁੰਦੀ ਹੈ। ਉਹ ਸੰਸਾਰ ਦੇ ਨਾਲ ਸਾਂਝ ਬਣਾਉਣ ਦੇ ਯੋਗ ਬਣਦਾ ਹੈ। ਉਹ ਦੁਨੀਆ ਦੇ ਅੰਦਰ ਆਪਣਾ ਕਰਮ, ਆਪਣਾ ਸੁਭਾਅ, ਆਪਣੇ ਵਿਹਾਰ ਦੇ ਨਾਲ ਫਿਰ ਜਾਣਿਆ ਜਾਂਦਾ ਹੈ। ਕੁਝ ਇਸ ਤਰ੍ਹਾਂ ਦਾ ਪ੍ਰਤੀਕ ਵਰਤ ਕੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਲੋਕ ਵਿੱਚ ਸਾਡੇ ਨਾਲ ਵਿਚਾਰ ਸਾਂਝਾ ਕੀਤਾ ਹੈ। ਸਤਿਗੁਰੂ ਜੀ ਆਰੰਭ ਵਿੱਚ ਕਹਿੰਦੇ ਨੇ, ਪਵਨ ਗੁਰੂ। ਜਿਵੇਂ ਗੁਰੂ ਸਾਨੂੰ ਸਿੱਖਿਆ ਦਿੰਦਾ ਹੈ, ਜਿਵੇਂ ਗੁਰੂ ਸਾਨੂੰ ਆਤਮਿਕ ਜੀਵਨ ਦਿੰਦਾ ਹੈ, ਮਾਨਸਿਕ ਜੀਵਨ ਦਿੰਦਾ ਹੈ, ਰੂਹਾਨੀ ਜੀਵਨ ਦਿੰਦਾ ਹੈ, ਇਸੇ ਤਰ੍ਹਾਂ ਹਵਾ ਸਾਨੂੰ ਸਰੀਰਕ ਜੀਵਨ ਦਿੰਦੀ ਹੈ। ਗੌਰ ਕਰਨਾ, ਬਾਣੀ ਦੇ ਅੰਦਰ ਇਸ ਪੱਖ ਤੇ ਵੀ ਉਦਾਹਰਨਾਂ ਵਰਤੀਆਂ ਗਈਆਂ ਨੇ ਵੀ ਜਿਵੇਂ ਹਵਾ ਸਾਨੂੰ ਸਰੀਰਕ ਜੀਵਨ ਦਿੰਦੀ ਏ, ਗੁਰੂ ਸਾਨੂੰ ਆਤਮਿਕ ਜੀਵਨ ਦਿੰਦਾ ਹੈ। ਜਿਵੇਂ ਪਾਣੀ ਸਾਡੀ ਪਿਆਸ ਬੁਝਾਉਂਦਾ ਹੈ, ਉਸੇ ਤਰ੍ਹਾਂ ਗੁਰੂ ਦਾ ਗਿਆਨ ਸਾਡੀ ਆਤਮਿਕ ਤ੍ਰਿਪਤੀ ਕਰਦਾ ਹੈ। ਇਹ ਇੱਕ ਤਾਂ ਹੋ ਗਈ ਇਸ ਪੱਖ ਦੀ ਉਦਾਹਰਣ ਵੀ ਸੰਸਾਰ ਦਾ ਪ੍ਰਤੀਕ ਵਰਤ ਕੇ ਗੱਲ ਗੁਰੂ ਤੇ ਸਿੱਖ ਦੀ ਸਮਝਾਈ ਗਈ। ਪਰ ਇੱਥੇ ਸਤਿਗੁਰੂ ਜੀ ਨੇ ਇਸ ਉਦਾਹਰਣ ਨੂੰ ਦੂਸਰੇ ਢੰਗ ਦੇ ਨਾਲ ਵਰਤੇ। ਇੱਥੇ ਗੱਲ ਗੁਰੂ ਦਾ, ਮਾਤਾ ਦਾ, ਪਿਤਾ ਦਾ, ਖਿਡਾਵੇ ਤੇ ਖਿਡਾਵੀ ਦਾ ਪ੍ਰਤੀਕ ਵਰਤ ਕੇ ਗੱਲ ਦੁਨਿਆਵੀ ਪੱਧਰ ਉੱਤੇ ਸਮਝਾਈਏ। ਹੁਣ ਧਿਆਨ ਦੇਣਾ, ਸਤਿਗੁਰੂ ਦਾ ਢੰਗ ਕੀ ਹੈ, ਤਰੀਕਾ ਕੀ ਹੈ। ਮਹਾਰਾਜ ਕਹਿੰਦੇ ਨੇ, ਜਿਵੇਂ ਸਾਨੂੰ ਆਤਮਿਕ ਜੀਵਨ ਦਿੰਦਾ ਹੈ ਗੁਰੂ, ਆਪਣੇ ਗਿਆਨ, ਆਪਣੇ ਉਪਦੇਸ਼ ਨਾਲ ਸਾਡੀ ਜ਼ਿੰਦਗੀ ਨੂੰ ਸਵਾਰਦਾ ਹੈ, ਇਸੇ ਤਰ੍ਹਾਂ ਹਵਾ ਜਿਹੜੀ ਉਹ ਸਾਨੂੰ ਸਰੀਰਕ ਜੀਵਨ ਦਿੰਦੀ ਹੈ। ਕਿਉਂਕਿ ਸਾਡਾ ਜੀਵਨ ਸਰੀਰ ਦਾ ਜਿਹੜਾ ਹੈ ਉਹ ਹਵਾ ਦੇ ਉੱਤੇ ਟਿਕਿਆ ਹੋਇਆ ਹੈ। ਦੋ ਬਚਨ ਮੈਂ ਬਾਣੀ ਦੇ ਵਿੱਚੋਂ ਤੁਹਾਡੇ ਨਾਲ ਸਾਂਝੇ ਕਰਾਂਗਾ। ਇੱਕ ਥਾਂ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਹਮ ਆਦਮੀ ਹਾਂ ਇੱਕ ਦਮੀ। ਦਮ ਦਾ ਅਰਥ ਹੁੰਦਾ ਸਾਹ ਲੈਣਾ, ਸਵਾਸ ਲੈਣਾ। ਮਹਾਰਾਜ ਕਹਿੰਦੇ ਅਸੀਂ ਆਦਮੀ ਹਾਂ, ਇਨਸਾਨ ਹਾਂ, ਜੀਵੰਤ ਹਾਂ, ਤਾਂ ਇੱਕ ਦਮ ਦੇ ਮੁਤਾਜ ਹਾਂ। ਇੱਕ ਇੱਕ ਸਾਹ ਸਾਡੇ ਲਈ ਬੜਾ ਲੋੜੀਂਦਾ ਹੈ, ਜ਼ਰੂਰੀ ਹੈ। ਉਹ ਸਾਹ ਆ ਰਿਹਾ ਤਾਂ ਸਾਡਾ ਜੀਵਨ ਜਿਹੜਾ ਉਹ ਚੱਲ ਰਿਹਾ, ਸਰੀਰ ਚੱਲ ਰਿਹਾ, ਤਾਂ ਸਾਡੀ ਜ਼ਿੰਦਗੀ ਜਿਹੜੀ ਉਹ ਦਮ ਦੀ ਮੁਤਾਜ ਬਣ ਕੇ ਚੱਲ ਰਹੀ। ਹਮ ਆਦਮੀ ਹਾਂ ਇੱਕ ਦਮੀ। ਦੂਸਰਾ ਬਚਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਹੈ। ਸਹਸਕ੍ਰਿਤੀ ਸ਼ਲੋਕਾਂ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਫਰਮਾਉਂਦੇ ਨੇ, ਆ ਜਿਹੜਾ ਸਾਡਾ ਸਰੀਰ ਇੱਕ ਕੱਚਾ ਕਿਲਾ ਹੈ, ਪਾਣੀ ਦੇ ਨਾਲ ਦੀ ਰਚਨਾ ਹੋਈ, ਮਾਂ ਕੀ ਰਕਤ ਪਿਤਾ ਬਿੰਦ ਧਾਰਾ। ਸਤਿਗੁਰੂ ਨੇ ਜੋ ਸ਼ਬਦ ਵਰਤੇ ਨੇ, ਕਾਚ ਕੋਟੰਗ ਰਚੰਤ ਤੋਯੰ ਲੇਪਨੰ ਰਕਤ ਚਰਮਣ ਹੈ। ਰਕਤ ਕਹਿੰਦੇ ਨੇ ਮਿੱਝ ਨੂੰ, ਖੂਨ ਨੂੰ, ਤੇ ਚਰਮਣਾ ਕਹਿੰਦੇ ਨੇ ਚਮੜੀ ਨੂੰ। ਵੀ ਖੂਨ ਦਾ, ਮਿੱਝ ਦਾ
ਲੇਪ ਕਰਕੇ ਇਹਦੇ ਉੱਤੇ ਚਮੜੀ ਦਾ ਪਲਸਤਰ ਕਰ ਦਿੱਤਾ ਗਿਆ। ਸਤਿਗੁਰੂ ਕਹਿੰਦੇ ਨਵੰ ਤਾਂ ਦਵਾਰੰ ਭੀਤ ਰਹਿਤੰ ਬਾਏ ਰੂਪੰ ਅਸਤੰਭ ਨੇ, 9 ਦੁਆਰੇ ਨੇ ਇਸ ਦੇ। ਔਰ ਅਗਲੀ ਗੱਲ ਜਿਹੜੀ ਕਿ ਬਾਏ ਕਹਿੰਦੇ ਨੇ ਹਵਾ ਨੂੰ, ਬਾਏ ਰੂਪੰ ਅਸਤੰਭ ਨੇ, ਹਵਾ ਰੂਪੀ ਥੰਮੀ ਦੇ ਦਿੱਤੀ ਹੈ ਇਸ ਵਿੱਚ। ਭਾਵ ਸਾਡਾ ਜੋ ਸਰੀਰ ਹੈ, ਇਹਦੀ ਜੋ ਬਣਤਰ ਹੈ, ਉਹ ਕੁਦਰਤ ਨੇ ਬੜੇ ਨਿਰਾਲੇ ਢੰਗ ਨਾਲ ਬਣਾਈ, ਪਰ ਇਸ ਸਰੀਰ ਨੂੰ ਜੋ ਆਸਰਾ ਮਿਲਿਆ ਹੋਇਆ ਹੈ, ਜੋ ਸਰੀਰ ਖਲੋਤਾ ਹੋਇਆ, ਉਹ ਕਾਹਦੇ ਆਸਰੇ ਖਲੋਤਾ ਹੋਇਆ? ਬਾਈ ਰੂਪੰ, ਹਵਾ ਦੇ ਆਸਰੇ ਉੱਤੇ ਖਲੋਤਾ ਹੋਇਆ, ਸਾਹ ਦੇ ਆਸਰੇ ਉੱਤੇ ਖਲੋਤਾ ਹੋਇਆ, ਸਵਾਸ ਦੇ ਆਸਰੇ ਉੱਤੇ ਖਲੋਤਾ ਹੋਇਆ, ਆਕਸੀਜਨ ਦੇ ਆਸਰੇ ਉੱਤੇ ਖਲੋਤਾ ਹੋਇਆ। ਇਸੇ ਕਰਕੇ ਤੇ ਇਸ ਨੂੰ ਪਵਨ ਆਰੰਭ ਕਿਹਾ ਗਿਆ ਵੀ ਹਵਾ ਦੇ ਨਾਲ ਸਾਡਾ ਸਰੀਰ ਚੱਲ ਰਿਹਾ, ਸਵਾਸ ਨਾਲ ਸਾਡਾ ਜੀਵਨ ਚੱਲ ਰਿਹਾ। ਮਨੁੱਖ ਦੇ ਜੀਵਨ ਜਿਉਣ ਵਾਸਤੇ ਬੜੀਆਂ ਚੀਜ਼ਾਂ ਲੋੜੀਂਦੀਆਂ ਨੇ। ਭੋਜਨ ਨਾ ਮਿਲੇ ਮਨੁੱਖ ਦਾ ਗੁਜ਼ਾਰਾ ਨਹੀਂ, ਪਾਣੀ ਨਾ ਮਿਲੇ ਮਨੁੱਖ ਦਾ ਗੁਜ਼ਾਰਾ ਨਹੀਂ। ਸਰੀਰ ਨੂੰ ਚਲਾਉਣ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਦੀ, ਲੋੜਾਂ ਦੀ ਕੁਦਰਤ ਵਿੱਚੋਂ ਮਨੁੱਖ ਪੂਰਤੀ ਕਰਦਾ ਹੈ, ਲੋੜ ਪੂਰੀ ਕਰਦਾ ਹੈ। ਪਰ ਇਹਦੀ ਪਹਿਲੀ ਤੇ ਮੁੱਢਲੀ ਲੋੜ ਜਿਹੜੀ ਹੈ ਇਸ ਸਰੀਰ ਨੂੰ ਚਲਾਉਣ ਲਈ, ਜੀਵਨ ਨੂੰ ਜਿਉਂਦਿਆਂ ਰੱਖਣ ਲਈ, ਉਹ ਕੀ ਹੈ? ਸਵਾਸ, ਹਵਾ। ਉਸ ਤੋਂ ਬਿਨਾਂ ਤਾਂ ਇੱਕ ਸੈਕਿੰਡ ਵੀ ਨਹੀਂ ਸਰ ਸਕਦਾ। ਸਾਹ ਰੁਕ ਜਾਏ ਤਾਂ ਪਾਣੀ ਕਿਸ ਕੰਮ ਹੈ ਕੋਲ ਪਿਆ ਹੋਇਆ, ਰੋਟੀ ਕਿਸ ਕੰਮ ਹੈ ਕੋਲ ਪਈ ਹੋਈ, ਕੱਪੜੇ ਕਿਸ ਕੰਮ ਨੇ, ਮਹਿਲ ਮਾੜੀਆਂ ਘਰ ਕਿਸ ਕੰਮ ਨੇ, ਧੁੱਪ ਛਾਂ ਕਿਸ ਕੰਮ ਹੈ। ਇਹ ਸਭ ਚੀਜ਼ਾਂ ਵਿਅਰਥ ਨੇ ਜੇਕਰ ਸਵਾਸ ਹੀ ਨਹੀਂ, ਸਾਹ ਹੀ ਨਹੀਂ ਮਿਲ ਰਿਹਾ। ਤਾਂ ਸਾਹ ਤਾਂ ਪਹਿਲੀ ਲੋੜ ਹੈ ਜੀਵਨ ਵਾਸਤੇ, ਸਰੀਰ ਨੂੰ ਜਿਉਂਦਿਆਂ ਰੱਖਣ ਵਾਸਤੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਪ੍ਰਤੀਕ ਵਰਤਿਆ। ਮਹਾਰਾਜ ਕਹਿੰਦੇ ਨੇ ਪਵਨ ਗੁਰੂ, ਜਿਵੇਂ ਗੁਰੂ ਸਾਨੂੰ ਆਤਮਿਕ ਜੀਵਨ ਦਾਨ ਬਖਸ਼ਿਸ਼ ਕਰਦਾ ਹੈ, ਇਸੇ ਤਰ੍ਹਾਂ ਹਵਾ ਸਾਨੂੰ ਸਰੀਰਕ ਜ਼ਿੰਦਗੀ ਦਿੰਦੀ ਏ, ਸਰੀਰਕ ਜੀਵਨ ਬਖਸ਼ਿਸ਼ ਕਰਦੀ ਏ। ਕੁਦਰਤ ਨੇ ਸਾਡੇ ਸਾਹ ਲੈਣ ਵਾਸਤੇ, ਸਾਡੇ ਸਰੀਰ ਨੂੰ ਜਿਉਂਦਿਆਂ ਰੱਖਣ ਵਾਸਤੇ ਹਵਾ ਦੀ ਦਾਤ ਸਾਨੂੰ ਦਿੱਤੀ ਹੋਈ ਹੈ। ਦੂਸਰਾ ਸ਼ਬਦ ਵਰਤਿਆ ਪਾਣੀ ਪਿਤਾ। ਜਿਵੇਂ ਅਸੀਂ ਉਤਪੰਨ ਹੁੰਨੇ ਆ, ਸਾਡੇ ਸਰੀਰ ਦੀ ਜੋ ਬਣਤਰ ਬਣਦੀ ਏ ਉਹ ਪਿਤਾ ਤੋਂ ਬਣਦੀ ਹੈ। ਇਕੱਲੀ ਮਾਂ ਬੱਚੇ ਨੂੰ ਜਨਮ ਨਹੀਂ ਦੇ ਸਕਦੀ, ਇਕੱਲੀ ਔਰਤ ਬੱਚੇ ਨੂੰ ਪੈਦਾ ਨਹੀਂ ਕਰ ਸਕਦੀ। ਮਾਤਾ ਤੇ ਪਿਤਾ ਦੇ, ਔਰਤ ਤੇ ਮਰਦ ਦੇ ਸੰਯੋਗ ਤੋਂ ਹੀ ਇੱਕ ਬੱਚਾ ਪੈਦਾ ਹੁੰਦਾ ਹੈ। ਠੀਕ ਇਸੇ ਢੰਗ ਨਾਲ ਗੁਰੂ ਸਾਹਿਬ ਪ੍ਰਤੀਕ ਵਰਤਦੇ ਨੇ। ਜਿਵੇਂ ਪਿਤਾ ਤੋਂ ਸਾਡਾ ਸਰੀਰ ਜਨਮ ਲੈਂਦਾ ਹੈ, ਉਸੇ ਤਰ੍ਹਾਂ ਪਾਣੀ ਸਾਡਾ ਸਿਰਜਕ ਹੈ, ਪਾਣੀ ਸਾਡਾ ਪ੍ਰਤਪਾਲਕ ਹੈ, ਪਾਣੀ ਤੋਂ ਹੀ ਸਾਡੇ ਸਰੀਰ ਦੀ ਬਣਤਰ ਬਣਦੀ ਹੈ। ਜਿਵੇਂ ਸਤਿਗੁਰੂ ਨੇ ਬਾਣੀ ਦੇ ਵਿੱਚ ਆਖਿਆ, ਰਕਤ ਬਿੰਦ ਕਰ ਨਿਮਿਆ, ਪਿਤਾ ਦਾ ਵੀਰਜ ਤੇ ਮਾਤਾ ਦਾ ਖੂਨ। ਰਕਤ ਬਿੰਦ ਦਾ ਅਰਥ ਹੁੰਦਾ ਹੈ ਵੀਰਜ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕਹੇ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰਿਆ ਪਾਰਾ। ਉਹ ਪਾਣੀ ਹੈ। ਸਤਿਗੁਰੂ ਆਖਦੇ ਨੇ ਪਾਣੀ ਤੋਂ ਸਾਡੀ ਉਤਪਤੀ ਹੋਈ। ਜਿਵੇਂ ਪਿਤਾ ਤੋਂ ਬੱਚਾ ਪੈਦਾ ਹੁੰਦਾ ਹੈ, ਠੀਕ ਇਸੇ ਢੰਗ ਨਾਲ ਪਾਣੀ ਤੋਂ ਸਾਡੀ ਘਾੜਤ ਘੜੀ ਗਈ ਏ, ਸਰੀਰ ਦੀ ਬਣਤਰ ਬਣਾਈ ਗਈ ਏ। ਔਰ ਸਾਡਾ ਸਰੀਰ ਜਿਹੜਾ ਉਹ ਕਿੰਨੇ ਇਸੇ ਪਾਣੀ ਦੇ ਨਾਲ ਚੱਲ ਰਿਹਾ। ਫਿਰ ਸਾਨੂੰ ਪਾਣੀ ਦੀ ਜ਼ਰੂਰਤ, ਇਸ ਬੋਡੀ ਵਾਸਤੇ, ਸਰੀਰ ਵਾਸਤੇ, ਇਸ ਦੇ ਜਿਉਣ ਵਾਸਤੇ ਸਾਨੂੰ ਨਮੀ ਦੀ ਲੋੜ ਪੈਂਦੀ ਹੈ, ਪਾਣੀ ਦੀ ਜ਼ਰੂਰਤ ਪੈਂਦੀ ਹੈ। ਤਾਂ ਸਤਿਗੁਰੂ ਨੇ ਪ੍ਰਤੀਕ ਇਹ ਵਰਤਿਆ, ਜਿਵੇਂ ਗੁਰੂ ਸਾਨੂੰ ਆਤਮਿਕ ਜੀਵਨ ਦਿੰਦਾ ਹੈ, ਹਵਾ ਸਾਨੂੰ ਸਰੀਰਕ ਜੀਵਨ ਦਿੰਦੀ ਹੈ। ਜਿਵੇਂ ਪਿਤਾ ਤੋਂ ਬੱਚੇ ਦਾ ਜਨਮ ਹੁੰਦਾ, ਇਵੇਂ ਪਾਣੀ ਤੋਂ ਸਾਡੇ ਸਰੀਰ ਦੀ ਬਣਤਰ ਬਣੀ ਤੇ ਅਸੀਂ ਸੰਸਾਰ ਦੇ ਵਿੱਚ ਆਏ। ਸਾਡੀ ਘਾੜਤ ਘੜੀ ਗਈ, ਸਰੀਰ ਦੀ ਘਾੜਤ ਘੜੀ ਗਈ। ਮਹਾਰਾਜ ਆਪਣੀ ਬਾਣੀ ਦੇ ਵਿੱਚ ਕਹਿੰਦੇ ਨੇ, ਪਹਿਲਾਂ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਪਾਣੀ ਹੈ ਬਨਸਪਤੀ ਤੇ ਹਰਿਆਵਲ ਹੈ, ਪਾਣੀ ਹੈ ਸਰੀਰ ਦੀ ਘਾੜਤ ਘੜੀ ਗਈ ਏ। ਫਿਰ ਸਾਡੀ ਜੀਵਨ ਦੀ ਲੋੜ ਦੇ ਵਿੱਚ ਅਹਿਮ ਥਾਂ ਜਿਹੜੀ ਏ ਉਹ ਪਾਣੀ ਦੀ ਹੈ। ਪਾਣੀ ਨਾ ਮਿਲੇ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ। ਸਾਡੇ ਸਰੀਰ ਅੰਦਰ ਪਾਣੀ ਦੀ ਮਾਤਰਾ ਘਟ ਜਾਏ, ਮਨੁੱਖ ਰੋਗੀ, ਵਿਕਾਰੀ ਤੇ ਬਿਮਾਰ ਮੰਨਿਆ ਜਾਂਦਾ ਹੈ। ਪਾਣੀ ਦੀ ਮਾਤਰਾ ਲੋੜ ਤੋਂ ਵੱਧ ਜਾਏ ਤਾਂ ਵੀ ਰੋਗ ਹੋ ਜਾਂਦਾ ਹੈ। ਤਾਂ ਮਰਿਆਦਾ ਵਿੱਚ ਚੱਲ ਰਿਹਾ ਹੈ, ਪਾਣੀ ਦੀ ਜ਼ਰੂਰਤ ਹੈ, ਸਰੀਰ ਚੱਲ ਰਿਹਾ ਹੈ। ਪਾਣੀ ਤੋਂ ਉਤਪਤੀ ਹੋਈ ਹੈ, ਪਾਣੀ ਤੋਂ ਹੀ ਸਰੀਰ ਚੱਲ ਰਿਹਾ ਹੈ। ਪਾਣੀ ਦੀ ਜ਼ਰੂਰਤ ਹੈ, ਪਾਣੀ ਦੇ ਨਾਲ ਸਾਰੇ ਪਾਸੇ ਖੇੜਾ ਹੈ, ਬਨਸਪਤੀ ਹਰੀ ਭਰੀ ਹੈ, ਫਲਾਂ ਤੇ ਫੁੱਲਾਂ ਦੇ ਵਿੱਚ ਰਸ ਹੈ, ਮਹਿਕ ਹੈ, ਹਰਿਆਵਲ ਹੈ, ਇਹ ਸਾਰਾ ਕੁਝ। ਇਸ ਵਾਸਤੇ ਹੁਣ ਸਤਿਗੁਰੂ ਤੀਸਰੀ ਉਦਾਹਰਣ ਦਿੰਦੇ ਨੇ, ਮਾਤਾ ਧਰਤ ਮਹਤ। ਮਹਤ ਦਾ ਅਰਥ ਹੁੰਦਾ ਹੈ ਵੱਡੀ। ਇਹ ਵਿਸ਼ਾਲ ਜੋ ਧਰਤ ਹੈ, ਜਿਵੇਂ ਮਾਤਾ ਦੇ ਉਦਰ ਤੇ ਗਰਭ ਦੇ ਵਿੱਚ ਬੱਚਾ ਟਿਕਦਾ ਹੈ ਤੇ ਮਾਤਾ ਦੇ ਉਦਰ ਤੇ ਗਰਭ ਤੋਂ ਹੀ ਬੱਚਾ ਜਨਮ ਲੈਂਦਾ ਹੈ। ਫਿਰ ਉਸ ਦੀ ਪਾਲਣਾ ਵਾਸਤੇ ਮਾਤਾ ਆਪਣਾ ਦੁੱਧ ਚੁੰਘਾ ਕੇ ਉਸ ਬੱਚੇ ਨੂੰ ਪਾਲਦੀ ਹੈ। ਇਸੇ ਤਰ੍ਹਾਂ ਇਹ ਧਰਤੀ ਹੈ। ਇਸ ਧਰਤੀ ਦੇ ਗਰਭ ਵਿੱਚੋਂ ਪੈਦਾ ਹੋਈ ਖੁਰਾਕ ਅਸੀਂ ਸਾਰੇ ਖਾਂਦੇ ਹਾਂ ਤੇ ਸਾਡੀ ਪਰਵਰਿਸ਼ ਹੁੰਦੀ ਹੈ। ਪਾਣੀ ਦੇ, ਧਰਤੀ ਦੇ ਸੰਯੋਗ ਤੋਂ ਹੀ ਅਨਾਜ ਉਪਜਦਾ ਹੈ, ਬਨਸਪਤੀ ਪੈਦਾ ਹੁੰਦੀ ਹੈ। ਅਸੀਂ ਇਸ ਧਰਤੀ ਦੀ ਗੋਦ ਵਿੱਚ ਸਾਰਾ ਜੀਵਨ ਜਿਉਂਦੇ ਹਾਂ। ਮਾਨੋ ਜਿਵੇਂ ਮਾਂ ਬੱਚੇ ਨੂੰ ਲੋਰੀਆਂ ਦੇ ਕੇ, ਅਠਖੇਲੀਆਂ ਕਰਕੇ, ਪਿਆਰ ਨਾਲ, ਸੀਨੇ ਨਾਲ ਲਾ ਕੇ, ਗੋਦ ਵਿੱਚ ਪਾ ਕੇ, ਆਪਣੇ ਸਰੀਰ ਦੇ ਸਪਰਸ਼ ਨਾਲ, ਆਪਣੇ ਪਿਆਰ, ਆਪਣੀ ਮਮਤਾ ਨਾਲ ਪਾਲਦੀ ਏ, ਉਸੇ ਤਰੀਕੇ ਨਾਲ ਇਹ ਧਰਤੀ ਜਿਹੜੀ ਏ ਸਾਡੀ ਸਰੀਰਕ ਪਾਲਣਾ ਕਰ ਰਹੀ ਹੈ। ਹਰ ਤਰ੍ਹਾਂ ਨਾਲ ਅਸੀਂ ਰਹਿ ਰਹੇ ਹਾਂ ਇਸ ਧਰਤੀ ਉੱਪਰ, ਖਾ ਰਹੇ ਹਾਂ। ਤਾਂ ਜਿੰਨੇ ਪਦਾਰਥ ਸਾਡੇ ਖਾਣ ਦੇ ਨੇ ਉਹ ਧਰਤੀ ਚੋਂ ਪੈਦਾ ਹੋ ਰਹੇ ਨੇ, ਜਿੰਨੇ ਵਰਤਣ ਦੇ ਨੇ ਧਰਤੀ ਚੋਂ ਪੈਦਾ ਹੋ ਰਹੇ ਨੇ।
ਧਰਤੀ ਸਾਡਾ ਜੀਵਨ ਦਾਨ ਬਣੀ ਹੋਈ ਹੈ। 3 ਪ੍ਰਤੀਕ ਸਤਿਗੁਰੂ ਮਹਾਰਾਜ ਨੇ ਇੱਥੇ ਵਰਤ ਦਿੱਤੇ ਨੇ। ਹੁਣ ਚੌਥੀ ਗੱਲ ਆਖਦੇ ਨੇ, ਹਜ਼ੂਰ ਨੇ ਆਖਿਆ ਵੀ ਜਿਵੇਂ ਫਿਰ ਬੱਚਾ ਜਨਮ ਲੈ ਲੈਂਦਾ ਹੈ, ਉਸ ਬੱਚੇ ਦੀ ਪਾਲਣਾ ਵਾਸਤੇ ਪਰਿਵਾਰ ਵਾਲੇ ਨੌਕਰਾਂ ਦਾ ਇੰਤਜ਼ਾਮ ਕਰਦੇ ਹਨ। ਜਿਵੇਂ ਇੱਕ ਦਾਈ ਨੌਕਰਾਣੀ ਤੇ ਇੱਕ ਦਾਇਆ ਨੌਕਰ ਬੱਚੇ ਦੇ ਪਾਲਣਾ ਵਾਸਤੇ, ਉਹਨੂੰ ਖਿਡਾਉਣ ਵਾਸਤੇ, ਖਵਾਉਣ ਪਿਆਉਣ ਵਾਸਤੇ, ਹਰ ਤਰ੍ਹਾਂ ਦਾ ਉਹਦਾ ਧਿਆਨ ਰੱਖਣ ਵਾਸਤੇ ਨੀਅਤ ਕਰ ਲਏ ਪਰਿਵਾਰ ਵਾਲਿਆਂ ਨੇ। ਇਸੇ ਤਰ੍ਹਾਂ ਜਿਵੇਂ ਇੱਕ ਦਾਈ ਬੱਚੇ ਨੂੰ ਖਿਡਾਉਂਦੀ, ਪਿਆਰ ਦੀ, ਦੁਲਾਰ ਦੀ, ਪਾਲਣਾ ਕਰਦੀ, ਉਹਦੇ ਕੱਪੜੇ ਬਦਲਦੀ, ਹਰ ਤਰ੍ਹਾਂ ਨਾਲ ਉਹਦੀ ਗੋਦ ਵਿੱਚ ਪਿਆ ਖੇਡਦਾ ਹੋਇਆ ਵੱਡਾ ਹੁੰਦਾ। ਦਾਏ ਨੌਕਰ ਦੀ ਗੋਦ ਵਿੱਚ ਖੇਡਦਾ ਹੋਇਆ, ਉਸ ਦੇ ਮੋਢਿਆਂ ਤੇ ਚੜ੍ਹਦਾ ਹੋਇਆ, ਉਹਦੇ ਪਿਆਰ ਨੂੰ ਮਾਣਦਾ ਹੋਇਆ, ਉਹਦੀ ਨਿਗਰਾਨੀ ਦੇ ਵਿੱਚ ਬੱਚਾ ਵੱਡਾ ਹੁੰਦਾ। ਇਸੇ ਤਰ੍ਹਾਂ ਦਿਨ ਤੇ ਰਾਤ ਦੋਵੇਂ ਦਾਈ ਤੇ ਦਾਇਆ ਹਨ। ਦਿਨ ਦਾਇਆ ਹੈ, ਰਾਤ ਦਾਈ ਹੈ। ਦਿਨ ਨੌਕਰ ਹੈ, ਰਾਤ ਨੌਕਰਾਣੀ ਹੈ, ਜੋ ਇਸ ਮਨੁੱਖ ਰੂਪੀ ਬੱਚੇ ਨੂੰ ਦਿਨ ਰਾਤ ਪਾਲ ਰਹੇ ਹਨ। ਜਨਮ ਲੈ ਕੇ ਦਿਨ ਰਾਤ ਇਸ ਸਮੇਂ ਦੇ ਹਿਸਾਬ ਦੇ ਨਾਲ ਬੱਚੇ ਦਾ ਤਨ ਵੱਡਾ ਹੁੰਦਾ। ਸਾਡੀ ਜ਼ਿੰਦਗੀ ਚੱਲ ਰਹੀ ਹੈ, ਮਾਨੋ ਦਿਨ ਆਉਂਦਾ, ਰਾਤ ਆਉਂਦੀ ਹੈ, ਆਖਰ ਦੇ ਵਿੱਚ ਲੱਗੇ ਹੋਏ ਆ। ਦਿਨ ਰਾਤ ਕਰਕੇ ਇਹ ਸਮਾਂ ਇਸੇ ਤਰ੍ਹਾਂ ਲੰਘਦਾ ਜਾ ਰਿਹਾ ਹੈ। ਅਸੀਂ ਇਸ ਸਮੇਂ ਦੀ ਗੋਦ ਵਿੱਚ ਲੇਟੇ ਹੋਏ ਖੇਡ ਰਹੇ ਹਾਂ। ਅਸੀਂ ਇਸ ਸਮੇਂ ਦੀ ਗੋਦ ਨੂੰ ਹੰਢਾ ਰਹੇ ਹਾਂ। ਅਸੀਂ ਇਸ ਸਮੇਂ ਦੇ ਨਾਲ ਅਠਖੇਲੀਆਂ ਕਰ ਰਹੇ ਹਾਂ। ਇਹ ਸਮਾਂ ਸਾਨੂੰ ਖਿਡਾ ਰਿਹਾ ਹੈ। ਅਸੀਂ ਸਮੇਂ ਦੇ ਮੁਤਾਬਕ ਦੁੱਖ ਮਾਣ ਰਹੇ ਹਾਂ, ਸੁੱਖ ਭੋਗ ਰਹੇ ਹਾਂ, ਹੱਸ ਰਹੇ ਹਾਂ, ਰੋ ਰਹੇ ਹਾਂ। ਸਮੇਂ ਦੇ ਨਾਲ ਨਵਾਂ ਕੁਝ ਮਿਲ ਰਿਹਾ ਹੈ, ਕੁਝ ਗਵਾਚ ਰਿਹਾ ਹੈ। ਇਹ ਦੁੱਖ ਸੁੱਖ ਦੀ ਖੇਡ, ਇਹ ਉਸਤਤ ਨਿੰਦਾ ਦੀ ਖੇਡ, ਇਹ ਪਿਆਰ ਨਫ਼ਰਤ ਦੀ ਖੇਡ, ਇਹ ਸਭ ਸਮੇਂ ਦੇ ਹਿਸਾਬ ਨਾਲ ਚੱਲ ਰਿਹਾ ਹੈ। ਅਮੀਰੀ ਗਰੀਬੀ ਸਮੇਂ ਦੇ ਹਿਸਾਬ ਨਾਲ ਚੱਲ। ਇਹ ਸਮਾਂ ਸਾਡੇ ਲਈ ਬੜੇ ਨਵੇਂ ਤਜਰਬੇ ਲੈ ਕੇ ਆਉਂਦਾ ਹੈ। ਬੜੇ ਮਿੱਠੇ ਤੇ ਕੌੜੇ ਤਜਰਬੇ ਸਾਨੂੰ ਸਮੇਂ ਦੇ ਨਾਲ ਹੋ ਜਾਂਦੇ ਨੇ। ਸਮੇਂ ਦੇ ਹਿਸਾਬ ਨਾਲ ਮਾਨੋ ਇਹ ਜ਼ਿੰਦਗੀ ਸਾਡੀ ਇੱਕ ਖੇਡ ਬਣੀ ਹੋਈ ਹੈ। ਤੋ ਇਸ ਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਖੇਲੈ ਸਗਲ ਜਗਤ। ਸਾਰਾ ਸੰਸਾਰ ਮਾਨੋ ਦਿਨ ਤੇ ਰਾਤ ਦੇ ਇਸ ਨੌਕਰ ਤੇ ਨੌਕਰਾਣੀ ਜੋ ਕੁਦਰਤ ਨੇ ਸਾਡੇ ਲਈ ਨੀਅਤ ਕਰ ਦਿੱਤੇ ਨੇ, ਇਸ ਸਮੇਂ ਦੀ ਗੋਦ ਵਿੱਚ ਖੇਡ ਰਿਹਾ ਹੈ। ਹੁਣ ਮੈਂ 2 ਪੰਕਤੀਆਂ ਦਾ ਭਾਵ ਤੁਹਾਡੇ ਨਾਲ ਅਰਥ ਸਾਂਝਾ ਕੀਤਾ। ਸੰਖੇਪ ਵਿੱਚ ਇਹਨਾਂ ਕੁ ਜ਼ਿਕਰ ਜ਼ਰੂਰ ਕਰਦੇ ਹਾਂ। ਕਈ ਸੱਜਣਾ ਨੇ ਪਵਨ ਗੁਰੂ ਦਾ ਅਰਥ ਕੁਝ ਹੋਰ ਕਰਨ ਦੀ ਕੋਸ਼ਿਸ਼, ਯਤਨ ਕੀਤਾ ਹੈ ਆਪਣੀ ਸਮਰੱਥਾ ਮੁਤਾਬਕ। ਉਹਨਾਂ ਦਾ ਖਿਆਲ ਹੈ ਵੀ ਗੁਰੂ ਸਾਹਿਬ ਹਵਾ ਨੂੰ ਗੁਰੂ ਨਹੀਂ ਕਹਿ ਸਕਦੇ, ਪਾਣੀ ਨੂੰ ਪਿਤਾ ਨਹੀਂ ਕਹਿ ਸਕਦੇ, ਧਰਤੀ ਨੂੰ ਮਾਤਾ ਨਹੀਂ ਕਹਿ ਸਕਦੇ। ਇਸ ਤਰ੍ਹਾਂ ਦੇ ਪ੍ਰਤੀਕ ਸਤਿਗੁਰੂ ਨਹੀਂ ਕਹਿਣਗੇ, ਕਿਉਂਕਿ ਗੁਰੂ ਤੇ ਸਾਡੇ ਲਈ ਇੱਕੋ ਹੀ, ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਸਾਡਾ ਗੁਰੂ ਕੌਣ ਹੈ? ਸਤਿਗੁਰੂ ਮੇਰਾ ਸਦਾ ਸਦਾ ਨਾ ਆਵੈ ਨਾ ਜਾਇਓ, ਅਬਿਨਾਸ਼ੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਕਹੋ ਕਬੀਰ ਮੈਂ ਸੋਗਰ ਪਾਇਆ ਜਾ ਕਾ ਨਾਮ ਬਵੇਖੋ। ਗੁਰੂ ਤੇ ਕੀ ਹੈ? ਗੁਰੂ ਕੇ 2-3 ਨਹੀਂ। ਔਰ ਗੁਰਮਤ ਦਾ ਇਹ ਸਿਧਾਂਤ ਕਹਿੰਦਾ ਹੈ ਵੀ ਹਵਾ ਸਾਡੀ ਗੁਰੂ ਨਹੀਂ ਹੈ, ਕਿਉਂਕਿ ਇੱਥੇ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ, ਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਸਿੱਖ ਧਰਮ ਦੇ ਅੰਦਰ, ਗੁਰਮਤ ਦੇ ਅੰਦਰ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਣ ਦੀ ਗੱਲ ਹੈ, ਜੁਗਤ ਹੈ। ਇਸ ਕਰਕੇ ਏਕੰਕਾਰ ਸ਼ਬਦ ਸਤਿਗੁਰੂ ਨੇ ਆਰੰਭ ਵਿੱਚ ਵਰਤਿਆ। ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ, ਮੇਰੇ ਮਨ ਇੱਕ ਸਿਉ ਚਤਲਾਏ, ਹਉ ਤੋਂ ਏਕ ਰਮਈਆ ਲੈ ਹੋਂ ਆਨ ਦੇ ਬਦਲਾਵਨ ਦੇ। ਇਹ ਜੁਗਤ ਸਤਿਗੁਰੂ ਨੇ ਬਾਣੀ 'ਚ ਦੱਸੀ ਹੈ। ਸੋ ਸਤਿਗੁਰੂ ਦੀ ਮੱਤ ਦੇ ਮੁਤਾਬਕ ਇੱਕ ਨਿਰਾਕਾਰ ਅਕਾਲ ਪੁਰਖ ਪਰਮਾਤਮਾ, ਜਿਸ ਦਾ ਜ਼ਿਕਰ ਮੰਗਲਾਚਰਨ ਮੂਲ ਮੰਤਰ ਵਿੱਚ ਸਤਿਗੁਰੂ ਨੇ ਕੀਤਾ ਹੈ, ਉਸ ਦੀ ਉਪਾਸਨਾ, ਉਸ ਦੀ ਭਗਤੀ, ਉਸ ਦੇ ਚਿੰਤਨ ਦੀ ਗੱਲ ਹੈ। ਉਹੀ ਸਰਵ ਸ੍ਰੇਸ਼ਟ ਹਸਤੀ ਹੈ। ਗੁਰਮਤ ਵਿੱਚ ਨਾ ਤਾਂ ਹਵਾ ਨੂੰ ਪੂਜਣ ਯੋਗ ਮੰਨਿਆ ਗਿਆ, ਨਾ ਪਾਣੀ ਦੀ ਪੂਜਾ ਦੀ ਕੋਈ ਗੱਲ ਹੈ, ਨਾ ਧਰਤੀ ਦੀ ਪੂਜਾ ਦੀ ਕੋਈ ਗੱਲ ਹੈ, ਨਾ ਦਿਨ ਰਾਤ ਸਮੇਂ ਦੀ ਪੂਜਾ ਦੀ ਕੋਈ ਗੱਲ ਹੈ। ਇਹ ਕੇਵਲ ਕੁਦਰਤ ਦੀਆਂ ਪੈਦਾ ਕੀਤੀਆਂ ਉਹ ਸ਼ਕਤੀਆਂ ਨੇ, ਕੁਦਰਤ ਦੀਆਂ ਉਹ ਚੀਜ਼ਾਂ ਨੇ ਜਿਹੜੀਆਂ ਅਸੀਂ ਹੰਡਾਉਂਦੇ, ਖਰਚਦੇ ਤੇ ਵਰਤਦੇ ਹਾਂ, ਜਿਨ੍ਹਾਂ ਮੁਤਾਬਕ ਸਾਡਾ ਜੀਵਨ ਚੱਲ ਰਿਹਾ ਹੈ। ਸਾਡੇ ਵਰਤਨ ਵਲੇਵੇਂ ਦੀਆਂ ਚੀਜ਼ਾਂ ਹਨ ਜੋ ਕੁਦਰਤ ਨੇ ਸਾਨੂੰ ਬਖਸ਼ਿਸ਼ ਰੂਪ ਵਿੱਚ ਦਿੱਤੀਆਂ ਨੇ। ਤੋ ਹਵਾ ਦੀ ਪੂਜਾ ਨਹੀਂ, ਹਵਾ ਸਰੀਰ ਦੇ ਤਲ ਉੱਤੇ ਹੈ। ਪਾਣੀ ਦੀ ਪੂਜਾ ਨਹੀਂ, ਪਾਣੀ ਸਰੀਰ ਦੇ ਤਲ ਉੱਤੇ ਹੈ। ਧਰਤੀ ਦੀ ਪੂਜਾ ਨਹੀਂ, ਧਰਤੀ ਦਾ ਸੰਬੰਧ ਸਰੀਰ ਦੇ ਤਲ ਉੱਤੇ ਹੈ। ਦਿਨ ਤੇ ਰਾਤ ਦੀ ਪੂਜਾ ਨਹੀਂ, ਇਹ ਸਰੀਰ ਦੇ ਤਲ ਉੱਤੇ ਹੈ। ਗੁਰੂ ਦਾ ਸੰਬੰਧ ਸਾਡੀ ਆਤਮਿਕ ਸੱਤਾ ਦੇ ਨਾਲ ਹੈ, ਸਾਡੀ ਆਤਮਿਕ ਚਿੰਤਨ ਜਾਗਰਤੀ ਦੇ ਨਾਲ ਹੈ। ਇਸ ਕਰਕੇ ਸਤਿਗੁਰੂ ਨੇ ਦ੍ਰਿਸ਼ਟਮਾਨ ਹੈ ਸਗਲ ਮਿਥੇਨਾ ਆਖਿਆ। ਔਰ ਇੱਕ ਗੱਲ ਯਾਦ ਰੱਖਣ ਵਾਲੀ ਹੈ, ਜਦੋਂ ਆਪ ਜੀ ਆਸਾ ਕੀ ਵਾਰ ਦੀ ਪਾਵਨ ਬਾਣੀ ਦਾ ਸ਼ਲੋਕ ਪੜ੍ਹਦੇ ਹੋ, ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਪਹਾੜ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆ ਡਾਣੇ ਆਕਾਸ਼, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵੈਂ ਜਾਵੈਂ ਪੂਰ। ਸਤਿਗੁਰੂ ਜੀ ਇਹ ਸਾਰੀ ਗੱਲ ਜਿਸ ਵੇਲੇ ਸਾਡੇ ਨਾਲ ਸਾਂਝੀ ਕਰਦੇ ਨੇ ਤਾਂ ਕੀ ਭਾਵ ਹੈ? ਭੈ ਦਾ ਅਰਥ ਹੈ ਅਦਬ, ਹੁਕਮ, ਰਜ਼ਾ, ਭਾਣਾ, ਕਾਨੂੰਨ, ਨਿਯਮ, ਧਰਮ। ਇਹ ਸਾਰਾ ਕੁਝ ਵਾਹਿਗੁਰੂ ਦੇ ਭਾਣੇ 'ਚ ਹੈ, ਵਾਹਿਗੁਰੂ ਦੀ ਰਜ਼ਾ ਮੁਤਾਬਕ ਚੱਲ ਰਿਹਾ ਹੈ, ਰੱਬ ਦੇ ਨਿਯਮ ਵਿੱਚ ਚੱਲ ਰਿਹਾ ਹੈ। ਇਹ ਸਾਰਾ ਕੁਝ ਰੱਬ ਦਾ ਇੱਕ ਨਿਯਮ ਹੈ।
ਤੋ ਹਵਾ ਨਿਯਮ ਹੈ, ਪਾਣੀ ਨਿਯਮ ਹੈ, ਇਹ ਸਭ ਕੁਝ ਕੁਦਰਤ ਦੇ ਨਿਯਮ ਦੇ ਵਿੱਚ ਬੱਝੇ ਹੋਏ ਹਨ। ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਇਹਨਾਂ ਦੇ ਸੁਭਾਅ ਬੱਝੇ ਹੋਏ ਨੇ, ਇਹਨਾਂ ਦਾ ਕਰਮ ਕਿਰਿਆ ਬੱਝੀ ਹੋਈ ਹੈ। ਤੇ ਇਹ ਸਾਰੇ ਤਾਂ ਹੁਕਮ ਵਿੱਚ ਨੇ, ਮੰਨੋ ਜਿਵੇਂ ਕਾਦਰ ਦੇ ਕਰਿੰਦੇ ਨੇ, ਇਹ ਕਰਤੇ ਦੇ ਨੌਕਰ ਨੇ, ਵੀ ਉਹਦੇ ਹੁਕਮ ਨੂੰ ਵਜਾ ਰਹੇ ਨੇ, ਉਸ ਦੀ ਆਗਿਆ ਦਾ ਪਾਲਣ ਕਰਨ ਵਾਲੇ ਨੇ। ਸਿਮਰੈ ਧਰਤੀ ਅਰ ਆਕਾਸ਼ਾ, ਸਿਮਰੈ ਚੰਦ ਸੂਰਜ ਗੁਣ ਤਾਸਾ, ਪੌਣ ਪਾਣੀ ਬੈ ਸੰਤਰ ਸਿਮਰੈ, ਸਿਮਰੈ ਸਗਲੇ ਉਪਾਰ ਜਨਾ। ਉੱਥੇ ਸਤਿਗੁਰੂ ਕਹਿੰਦੇ ਨੇ ਧਰਤੀ ਹੋਵੇ, ਆਕਾਸ਼ ਹੋਵੇ, ਹਵਾ ਹੋਵੇ, ਪਾਣੀ ਹੋਵੇ, ਅੱਗ ਹੋਵੇ, ਇਹ ਸਾਰੇ ਹੀ ਵਾਹਿਗੁਰੂ ਇਹ ਤਾਂ ਤੈਨੂੰ ਸਿਮਰਨ ਵਾਲੇ ਨੇ, ਭਾਵ ਤੇਰੀ ਆਗਿਆ ਚ ਨੇ, ਤੇਰੀ ਰਜ਼ਾ, ਤੇਰੇ ਨਿਯਮ, ਤੇਰੇ ਪ੍ਰਕਿਰਤਕ ਦਿੱਤੇ ਹੋਏ ਸੁਭਾਅ ਚ ਬੱਝੇ ਹੋਏ ਨੇ। ਆਪ ਜੀ ਸੋਦਰ ਦੀ ਪਾਵਨ ਬਾਣੀ ਦੇ ਵਿੱਚ ਪੜ੍ਹਦੇ ਹੋ, 3 ਵਾਰ ਇਹ ਸ਼ਬਦ ਸਤਿਗੁਰੂ ਦੀ ਪਾਵਨ ਬਾਣੀ ਦੇ ਵਿੱਚ ਆਇਆ, ਜਿਸ ਵਿੱਚ ਹਜ਼ੂਰ ਨੇ ਬਖਸ਼ਿਸ਼ ਕਰਦਿਆਂ ਕਿਹਾ, ਗਾਵੇਂ ਤੁਧਨੋ ਪਵਨ ਪਾਣੀ ਬੈ ਸੰਤਰ, ਹਵਾ ਪਾਣੀ ਅੱਗ ਹੀ ਅਕਾਲ ਪੁਰਖ ਵਾਹਿਗੁਰੂ ਤੈਨੂੰ ਗਾਉਂਦੇ ਨੇ, ਭਾਵ ਤੇਰੀ ਰਜ਼ਾ, ਤੇਰੇ ਹੁਕਮ, ਤੇਰੇ ਨਿਯਮ ਵਿੱਚ ਕੰਮ ਕਰਦੇ ਨੇ, ਤੋ ਕਰਿੰਦੇ ਹਨ ਤੇਰੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਦੀ ਪੂਜਾ ਦੀ ਗੱਲ ਨਹੀਂ ਦੱਸ ਰਹੇ ਵੀ ਪਾਣੀ ਹਵਾ ਜਿਹੜੀ ਹੈ ਉਹ ਗੁਰੂ ਹੈ ਵੀ ਉਹਨੂੰ ਪੂਜੋ, ਪਾਣੀ ਨੂੰ ਪਿਤਾ ਸਮਾਨ ਜਾਣੋ ਉਹਦੀ ਪੂਜਾ ਕਰੋ, ਧਰਤੀ ਨੂੰ ਮਾਤਾ ਸਮਾਨ ਜਾਣੋ ਉਹਦੀ ਪੂਜਾ ਕਰੋ, ਐਸਾ ਵਿਧਾਨ ਸਤਿਗੁਰੂ ਨਹੀਂ ਦੱਸ ਰਹੇ ਹਨ। ਕੇਵਲ ਤੇ ਕੇਵਲ ਇੱਕ ਪ੍ਰਤੀਕ ਵਰਤ ਰਹੇ ਹਨ, ਇੱਕ ਉਦਾਹਰਣ ਵਰਤ ਰਹੇ ਹਨ। ਇਸ ਸਾਰੇ ਸ਼ਲੋਕ ਨੂੰ ਅਗਰ ਆਪ ਧਿਆਨ ਦੇ ਨਾਲ ਪੜੋਗੇ ਤਾਂ ਇਸ ਵਿੱਚ ਗੁਰੂ ਦਾਤੇ ਨੇ ਅਸਲ ਪ੍ਰਤੀਕ ਕੀ ਵਰਤਿਆ ਵੀ ਖੇਲੈ ਸਗਲ ਜਗਤ, ਸਾਰਾ ਸੰਸਾਰ ਇੱਕ ਖੇਡ ਖੇਡ ਰਿਹਾ ਹੈ। ਉਹ ਖੇਡ ਕਿਹੜੀ ਏ? ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ, ਚੰਗਿਆਈ ਤੇ ਬੁਰਾਈ ਦੀ ਖੇਡ ਚੱਲ ਰਹੀ ਏ ਜਗਤ ਅੰਦਰ। ਸਾਹ ਲੈਣ ਵਾਸਤੇ ਸਾਰਿਆਂ ਨੂੰ ਹਵਾ ਮਿਲੀ ਏ, ਪਾਲਣਾ ਹੋ ਰਹੀ ਏ ਸਰੀਰ ਦੀ, ਜੀਵਨ ਮਿਲਿਆ ਹੋਇਆ ਸਰੀਰ ਨੂੰ। ਪਾਣੀ ਤੋਂ ਸਾਰਿਆਂ ਦੀ ਉਤਪਤੀ ਹੋਈ ਏ, ਧਰਤੀ ਤੋਂ ਸਾਰੇ ਖੁਰਾਕ ਲੈ ਕੇ ਇਸ ਧਰਤੀ ਤੇ ਪਲ ਰਹੇ ਹਨ, ਦਿਨ ਤੇ ਰਾਤ ਨੂੰ ਸਾਰੇ ਹੀ ਹੰਢਾ ਰਹੇ ਨੇ, ਪਰ ਖੇਡ ਵੱਖਰੀ ਵੱਖਰੀ ਖੇਡ ਰਹੇ ਹਨ। ਕੋਈ ਚੰਗਿਆਈ ਦੀ ਖੇਡ ਖੇਡ ਰਿਹਾ ਹੈ, ਕੋਈ ਬੁਰਾਈ ਦੀ ਖੇਡ ਖੇਡ ਰਿਹਾ ਹੈ। ਸਤਿਗੁਰੂ ਨੇ ਗੱਲ ਆ ਕੀਤੀ, ਇਹ ਖੇਲੇ ਸਗਲ ਜਗਤ ਤੋਂ। ਅਸੀਂ ਕਿਸੇ ਵੀ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨੂੰ ਉਹਦੇ ਭਾਵ ਤੋਂ ਹੀ ਸਮਝਣਾ ਹੈ। ਕਈ ਵਾਰ ਐਸਾ ਹੁੰਦਾ ਹੈ ਅਸੀਂ ਕੇਵਲ ਇੱਕ ਲਫ਼ਜ਼ ਨੂੰ, ਇੱਕ ਸ਼ਬਦ ਨੂੰ ਹੀ ਮੁੱਢਲਾ ਆਧਾਰ ਮਿੱਥ ਲੈਂਦੇ ਹਾਂ, ਤਾਂ ਧਿਆਨ ਉਖੜ ਜਾਂਦਾ ਹੈ ਇਸ ਗੱਲ ਤੋਂ ਕਿ ਸਤਿਗੁਰੂ ਜੀ ਨੇ ਸਾਰੇ ਸ਼ਬਦ ਅੰਦਰ ਜੋ ਮੁੱਢਲਾ ਵਿਚਾਰ ਹੈ ਉਹ ਕੀ ਦਿੱਤਾ ਹੈ। ਆਪਣੇ ਵਿਚਾਰ ਨੂੰ ਸਮਝਾਉਣ ਵਾਸਤੇ ਸਤਿਗੁਰੂ ਆਪਣੇ ਸਿਧਾਂਤ ਤੇ ਉਪਦੇਸ਼ ਨੂੰ ਸਾਡੇ ਤੱਕ ਪਹੁੰਚਾਉਣ ਵਾਸਤੇ ਪ੍ਰਤੀਕ ਵੀ ਵਰਤਦੇ ਹਨ, ਉਦਾਹਰਨਾਂ ਵੀ ਵਰਤਦੇ ਹਨ। ਇਤਿਹਾਸ ਤੇ ਮਿਥਿਹਾਸ ਦੀਆਂ ਸਤਿਗੁਰੂ ਜੀ ਕੁਝ ਗੱਲਾਂ ਕਰਕੇ ਬਣਤਰ ਬੁਣ ਕੇ ਸਾਡੇ ਨਾਲ ਆਪਣਾ ਵਿਚਾਰ, ਮੈਂ ਸਮਝਦਾ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਂਡੇ ਅਲੱਗ-ਅਲੱਗ ਵਰਤੇ ਹਨ, ਵਸਤੂ ਆਪਣੀ ਪਾਈ ਹੈ। ਸਵਾਲ ਇਹ ਨਹੀਂ ਹੈ ਵੀ ਭਾਂਡੇ ਦੀ ਬਣਤਰ ਕੀ ਹੈ, ਸਵਾਲ ਇਹ ਵੀ ਉਸ ਵਿੱਚ ਜੋ ਵਸਤੂ ਸਤਿਗੁਰੂ ਸਾਨੂੰ ਦੇਣਾ ਚਾਹੁੰਦੇ ਨੇ ਉਹ ਕੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਤੇ ਕਿਰਤੀ ਰੁਜ਼ਗਾਰ ਦੀ ਉਦਾਹਰਣ ਵਰਤ ਲਈ ਹੈ, ਕਿਤੇ ਮਿਥਿਹਾਸਕ ਹਵਾਲੇ ਵਰਤ ਲਏ, ਕਿਤੇ ਇਤਿਹਾਸਕ ਹਵਾਲੇ ਵਰਤ ਲਏ, ਕਿਤੇ ਕੁਦਰਤ ਦੀਆਂ ਗੱਲਾਂ ਕਰਕੇ, ਕਿਤੇ ਮਨੁੱਖ ਦੇ ਪਰਿਵਾਰ ਦੀਆਂ ਗੱਲਾਂ ਕਰਕੇ। ਹੁਣ ਬਾਣੀ ਨੂੰ ਤੁਸੀਂ ਪੜ੍ਹਦੇ ਹੋ, ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹ ਵਿਸ਼ੇਖ, ਕਹਿਣਾ ਹੈ ਕਿਛ ਕਹਿਣ ਨਾ ਜਾਏ, ਤੋ ਕੁਦਰਤ ਕੀਮਤ ਨਹੀਂ ਪਾਏ, ਸ਼ਰਮ ਸੁਰਤ ਦੋਏ ਸਸੁਰ ਭਏ, ਕਰਨੀ ਕਾਮਣ ਕਾਰ ਮੰਨ ਲਏ, ਸਾਹ ਸੰਜੋਗ ਵਿਆਹ ਵਿਜੋਗ। ਸਤਿਗੁਰੂ ਨੇ ਸੱਸ ਦੀ ਗੱਲ ਕੀਤੀ, ਸਹੁਰੇ ਦੀ ਗੱਲ ਕੀਤੀ, ਪਤੀ ਦੀ ਗੱਲ ਕੀਤੀ, ਪਤਨੀ ਦੀ ਗੱਲ ਕੀਤੀ, ਸਾਹੇ ਦੀ ਗੱਲ ਕੀਤੀ, ਵਿਆਹ ਦੀ ਗੱਲ ਕੀਤੀ, ਪੁੱਤਰਾਂ ਦੀ ਗੱਲ ਕੀਤੀ, ਧੀਆਂ ਦੀ ਗੱਲ ਕੀਤੀ। ਹੁਣ ਪ੍ਰਤੀਕ ਤਾਂ ਸਤਿਗੁਰੂ ਨੇ ਪਰਿਵਾਰ ਦਾ ਵਰਤੇ, ਪਰ ਗੱਲ ਸਤਿਗੁਰੂ ਨੇ ਗੁਣਾਂ ਦੀ ਸਮਝਾਈ ਹੈ, ਜੀਵਨ ਦੇ ਕਿਰਦਾਰ ਨੂੰ ਘੜਨ ਦੀ ਗੱਲ ਸਮਝਾਈ ਹੈ ਵੀ ਇੱਕ ਪਰਿਵਾਰ ਹੈ ਬਾਹਰ ਜਿਸ ਵਿੱਚ ਅਸੀਂ ਰਹਿੰਦੇ ਹਾਂ, ਜਿਉਂਦੇ ਹਾਂ, ਖੁਸ਼ੀ ਮਾਣਦੇ ਹਾਂ, ਆਨੰਦ ਲੈਂਦੇ ਹਾਂ। ਇਸੇ ਤਰ੍ਹਾਂ ਉਸ ਪਰਿਵਾਰ ਤੋਂ ਦੂਰ ਰਹਿ ਕੇ ਮਨੁੱਖ ਕਿੰਨਾ ਵਿਛੋੜਾ ਝੱਲਦਾ ਹੈ, ਦੁੱਖ ਝੱਲਦਾ ਹੈ, ਆਪਣੇ ਪਰਿਵਾਰ ਦਾ ਚੇਤਾ ਕਰਦਾ ਹੈ, ਪਰਿਵਾਰ ਨੂੰ ਪਾਲਦਾ ਹੈ। ਇਸੇ ਤਰ੍ਹਾਂ ਇਹ ਮਨੁੱਖ ਆਪਣੇ ਮਨ ਅੰਦਰ ਵੀ ਇੱਕ ਪਰਿਵਾਰ ਨੂੰ ਪਾਲ, ਉਹ ਹੈ ਸ਼ੁਭ ਗੁਣਾਂ ਦਾ ਪਰਿਵਾਰ। ਜਦੋਂ ਤੇਰਾ ਮਨ ਉਸ ਪਰਿਵਾਰ ਤੋਂ ਵਾਂਝਾ ਹੋ ਜਾਂਦਾ ਹੈ, ਤੇਰਾ ਮਨ ਕਸ਼ਟ ਉਠਾਉਂਦਾ ਹੈ, ਸੱਚੇ ਪਰਿਵਾਰ ਤੋਂ ਵਿਛੜਿਆ ਔਗਣਾਂ ਦੀ ਬਹਿਣੀ ਵਿੱਚ ਬਹਿੰਦਾ ਹੈ, ਵਿਕਾਰਾਂ ਦੇ ਢਹੇ ਚੜ ਜਾਂਦਾ ਹੈ। ਜੇ ਤੂੰ ਇਹ ਗੁਣਾਂ ਦਾ ਪਰਿਵਾਰ ਆਪਣੇ ਅੰਦਰ ਪੈਦਾ ਕਰ ਲਵੇਂ, ਤੇਰਾ ਮਨ ਰੂਪੀ ਘਰ, ਹਿਰਦਾ ਰੂਪੀ ਘਰ ਵੀ ਹੱਸਦਾ ਵਸਦਾ ਬਣ ਜਾਏ, ਸਲੀਕੇ ਤਰੀਕੇ ਵਾਲਾ ਬਣ ਜਾਏ। ਤਾਂ ਸਤਿਗੁਰੂ ਨੇ ਦੇਖੋ ਪ੍ਰਤੀਕ ਕਿੰਨਾ ਪਿਆਰਾ ਵਰਤਿਆ, ਪਰ ਉਦਾਹਰਣ ਜਿਹੜੀ ਹੈ ਸਤਿਗੁਰੂ ਨੇ ਉਹ ਪਰਿਵਾਰ ਦੀ ਵਰਤੀ ਏ, ਘਰ ਦੀ ਵਰਤੀ ਏ, ਰਿਸ਼ਤੇਦਾਰੀ ਦੀ ਵਰਤੀ ਏ, ਵਿਆਹ ਦੀ, ਸਾਹੇ ਦੀ ਵਰਤੀ ਏ। ਗੱਲ ਮਨੁੱਖ ਦੇ ਕਿਰਦਾਰ ਨੂੰ ਉੱਚਿਆਂ ਕਰਨ ਦੀ ਸਮਝਾਈ ਏ। ਭਾਂਡਾ ਦੇਖੋ ਸਤਿਗੁਰੂ ਨੇ ਕੈਸਾ ਵਰਤਿਆ ਤੇ ਵਸਤੂ ਕੈਸੀ ਕਮਾਲ ਦੀ ਪਾਈ ਏ। ਸੋ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਪਹਿਲੀਆਂ 2 ਪੰਕਤੀਆਂ ਦੇ ਵਿੱਚ ਆਮ ਸਾਡੇ ਸੰਸਾਰ ਦੀਆਂ ਉਦਾਹਰਨਾਂ ਵਰਤੀਆਂ ਨੇ, ਔਰ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਪ੍ਰਤੀਕ ਕੀ ਵਰਤਿਆ। ਜਿਵੇਂ ਗੁਰੂ ਸਾਨੂੰ ਆਤਮਿਕ ਜੀਵਨ ਦਿੰਦਾ ਹੈ, ਹਵਾ ਸਾਨੂੰ ਸਰੀਰ ਦਾ ਜੀਵਨ ਦਿੰਦੀ ਹੈ, ਇਸ ਤੋਂ ਬਿਨਾਂ ਸਾਡਾ ਸਰੀਰ ਜੀਵਤ ਨਹੀਂ ਰਹਿ ਸਕਦਾ, ਜਿਉਂਦਾ ਨਹੀਂ ਰਹਿ ਸਕਦਾ। ਜਿਵੇਂ ਪਿਤਾ ਤੋਂ ਸਾਡੀ ਉਤਪਤੀ ਹੁੰਦੀ ਏ,
ਪਿਤਾ ਤੋਂ ਬਿਨਾਂ ਬੱਚੇ ਦੀ ਹੋਂਦ ਨਹੀਂ। ਇਸੇ ਤਰ੍ਹਾਂ ਪਾਣੀ ਤੋਂ ਬਿਨਾਂ ਸਾਡੀ ਬਣਤਰ ਨਹੀਂ ਬਣ ਸਕਦੀ। ਪਾਣੀ ਤੋਂ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਪਾਣੀ ਤੋਂ ਅਸੀਂ ਪੈਦਾ ਹੋਏ, ਪਾਣੀ ਨਾਲ ਅਸੀਂ ਜਿਉ ਰਹੇ, ਸਾਡੇ ਸਰੀਰ ਦੀ ਲੋੜ ਹੈ। ਜਿਵੇਂ ਮਾਤਾ ਦੇ ਉਦਰ ਵਿੱਚੋਂ ਬੱਚੇ ਦਾ ਜਨਮ ਹੁੰਦਾ ਹੈ, ਮਾਤਾ ਦੇ ਗਰਭ ਵਿੱਚੋਂ ਬੱਚੇ ਦਾ ਜਨਮ ਹੁੰਦਾ ਹੈ, ਇਸੇ ਤਰ੍ਹਾਂ ਤੇ ਜਿਵੇਂ ਮਾਤਾ ਬੱਚੇ ਨੂੰ ਜਨਮ ਦਿੰਦੀ ਤੇ ਪਾਲਦੀ ਹੈ, ਪਰਵਰਿਸ਼ ਕਰਦੀ ਹੈ, ਇਸੇ ਤਰ੍ਹਾਂ ਧਰਤੀ ਮਾਂ ਰੂਪ ਵਿੱਚ ਸਾਨੂੰ ਪਾਲਦੀ ਹੈ, ਸਾਡੀ ਪਰਵਰਿਸ਼ ਕਰਦੀ, ਅਸੀਂ ਇਹਦੇ ਚ ਰਹਿ ਰਹੇ, ਇਹਦੀ ਗੋਦ ਦਾ ਆਨੰਦ ਮਾਣ ਰਹੇ ਹਾਂ। ਜਿਵੇਂ ਨੌਕਰ ਤੇ ਨੌਕਰਾਣੀ ਬੱਚੇ ਨੂੰ ਪਾਲਦੇ ਹਨ, ਪਰਵਰਿਸ਼ ਕਰਦੇ ਹਨ, ਬੱਚਾ ਉਹਨਾਂ ਦੀ ਗੋਦ ਵਿੱਚ ਖੇਡਦਾ ਹੈ, ਉਹ ਬੱਚੇ ਦਾ ਮਨੋਰੰਜਨ ਕਰਨ ਵਾਸਤੇ ਸਾਰਾ ਦਿਨ ਤੇ ਰਾਤ ਕੋਸ਼ਿਸ਼ ਕਰਦੇ ਨੇ। ਇਸੇ ਢੰਗ ਨਾਲ ਸਮਾਂ ਜਿਹੜਾ ਹੈ ਦਿਨ ਤੇ ਰਾਤ ਦੇ ਰੂਪ ਵਿੱਚ ਕੁਦਰਤ ਨੇ ਮਾਨੋ ਮਨੁੱਖ ਦੀ ਜੀਵਨ ਖੇਡ ਵਾਸਤੇ ਨੌਕਰ ਤੇ ਨੌਕਰਾਣੀ ਨਿਯਤ ਕੀਤੇ ਹੋਏ ਨੇ, ਦਾਸ ਤੇ ਦਾਸੀ, ਦਾਈ ਤੇ ਦਾਇਆ ਨਿਯਤ ਕੀਤੇ ਨੇ। ਬੰਦਾ ਸਮੇਂ ਦੀ ਗੋਦ ਵਿੱਚ ਖੇਡ ਰਿਹਾ ਹੈ, ਸਮੇਂ ਨਾਲ ਆਨੰਦ ਲੈ ਰਿਹਾ, ਦੁੱਖ ਸੁੱਖ ਭੋਗ ਰਿਹਾ, ਹਾਸੇ ਗਮੀਆਂ ਭੋਗ ਰਿਹਾ, ਵਾਧੇ ਘਾਟੇ ਸਹਿ ਰਿਹਾ। ਸਤਿਗੁਰੂ ਨੇ ਪ੍ਰਤੀਕ ਵਰਤੇ ਖੇਲੈ ਸਗਲ ਜਗਤ, ਗੱਲ ਇਹ ਸਮਝਾਈਏ ਪ੍ਰਤੀਕ ਵਰਤ ਕੇ ਵੀ ਸਾਰਾ ਜਗਤ ਖੇਡ ਰਿਹਾ। ਵੇਖੋ ਸਮਾਂ ਇੱਕੋ ਜਿਹਾ ਸਭਨਾਂ ਨੂੰ ਮਿਲਿਆ, ਦਿਨ ਤੇ ਰਾਤ ਇੱਕੋ ਜਿਹੇ ਨੇ, ਹਵਾ ਸਾਨੂੰ ਸਾਰਿਆਂ ਨੂੰ ਮਿਲੀ ਹੈ ਸਵਾਸ ਲੈਣ ਵਾਸਤੇ, ਪਾਣੀ ਤੋਂ ਅਸੀਂ ਸਾਰੇ ਉਪਜੇ ਹਾਂ ਤੇ ਪਾਣੀ ਦੇ ਆਸਰੇ ਨਾਲ ਸਾਡਾ ਸਰੀਰ ਚੱਲ ਰਿਹਾ, ਖੁਰਾਕ ਚੱਲ ਰਹੀ ਹੈ, ਧਰਤੀ ਤੋਂ ਪਰਵਰਿਸ਼ ਹੋ ਰਹੀ ਹੈ, ਧਰਤੀ ਤੇ ਰਹਿ ਰਹੇ ਹਾਂ, ਪਰ ਸਾਰਾ ਜਗਤ ਖੇਡਾਂ ਖੇਡ ਰਿਹਾ। ਜੀਵਨ ਵਿਹਾਰ ਦੀ ਖੇਡ ਕੀ ਏ? ਚੰਗਿਆਈਆਂ ਬੁਰਾਈਆਂ ਤੇ ਟਿਕੀ ਹੋਈ। ਬੇਨਤੀ ਕਰਦੇ ਵਾਂ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਰਲਦੀਆਂ ਮਿਲਦੀਆਂ ਇਹੋ ਜਿਹੀਆਂ ਪੰਕਤੀਆਂ ਜਿਹੜੀਆਂ ਹਨ 1021 ਪੰਨੇ ਉੱਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਾਰੂ ਰਾਗ ਦੇ ਵਿੱਚ ਫਰਮਾਇਆ, ਪੌਣ ਗੁਰੂ ਪਾਣੀ ਪਿਤ ਜਾਤਾ, ਉਦਰ ਸੰਜੋਗੀ ਧਰਤੀ ਮਾਤਾ। ਅੱਗੇ ਸ਼ਬਦ ਵਰਤੇ ਨੇ, ਰੈਣ ਦਿਨ ਸੁਦੋਏ ਦਾਈ ਦਾਇਆ, ਜਗ ਖੇਲੇ ਖੇਲਾਈ। ਫਿਰ ਦੁਹਰਾ ਦਿਆਂ, ਪੌਣ ਗੁਰੂ ਪਾਣੀ ਪਿਤ ਜਾਤਾ, ਉਦਰ ਸੰਜੋਗੀ ਧਰਤੀ ਮਾਤਾ। ਸਤਿਗੁਰੂ ਕਹਿੰਦੇ ਰੈਣ ਦਿਨ ਸੁਦੋਏ ਦਾਈ ਦਾਇਆ, ਜਗ ਖੇਲੇ ਖੇਲਾਈ। ਥੋੜੇ ਜਿਹੇ ਫਰਕ ਦੇ ਨਾਲ ਐਸੀਆਂ ਹੀ ਪੰਕਤੀਆਂ ਸਤਿਗੁਰੂ ਜੀ ਮਾਰੂ ਸੋਹਲਿਆਂ ਦੇ ਵਿੱਚ ਵੀ ਵਰਤ ਰਹੇ ਹਨ, ਭਾਵ ਉੱਥੇ ਵੀ ਉਦਾਹਰਣ ਸਤਿਗੁਰੂ ਜੀ ਇਹੋ ਹੀ ਦੇ ਰਹੇ ਹਨ। ਤੋ ਧਿਆਨ ਰੱਖਣ ਵਾਲੀ ਬਾਤ ਇਹ ਹੈ ਵੀ ਸਤਿਗੁਰੂ ਜੀ ਨੇ ਤਸ਼ਬੀਹਾਂ, ਇਹ ਉਦਾਹਰਣਾਂ, ਇਹ ਪ੍ਰਤੀਕ ਆਪਣੀ ਕੋਈ ਗੱਲ ਸਮਝਾਉਣ ਵਾਸਤੇ ਇੱਕ ਸਤਿਗੁਰੂ ਨੇ ਭੂਮਿਕਾ ਦੇ ਰੂਪ ਵਿੱਚ, ਇੱਕ ਥੀਮ ਬਣਾਉਣ ਦੇ ਰੂਪ ਵਿੱਚ ਸਾਡੇ ਨਾਲ ਸਾਂਝੇ ਕਰ ਲਏ। ਔਰ ਕਿੰਨੀ ਸੋਹਣੀ ਬਣਤਰ ਸਤਿਗੁਰੂ ਨੇ ਬਣਾਈ ਆਪਣੇ ਪ੍ਰਤੀਕ ਦੀ। ਗੱਲ ਕਹਿੰਦੇ ਨੇ ਜਗਤ ਖੇਡ ਖੇਡ ਰਿਹਾ ਹੈ। ਇਹ ਖੇਡ, ਇਸ ਜਗਤ ਦੇ ਅੰਦਰ ਮਨੁੱਖ ਕੋਈ ਚੰਗਿਆਈ ਦੀ ਖੇਡ ਰਿਹਾ ਹੈ, ਕੋਈ ਬੁਰਾਈ ਦੀ ਖੇਡ ਰਿਹਾ ਹੈ, ਕੋਈ ਚੰਗੇ ਕਰਮੀ ਲੱਗਾ ਹੈ, ਕੋਈ ਮੰਦਾ ਕਰਮ ਕਰ ਰਿਹਾ ਹੈ, ਕੋਈ ਗੁਨਾਹ ਵਾਲੀ ਜ਼ਿੰਦਗੀ ਜੀ ਰਿਹਾ ਹੈ, ਕੋਈ ਔਗੁਣਾਂ ਵਾਲੀ ਹੰਢਾ ਰਿਹਾ ਹੈ, ਕੋਈ ਚੰਗੇ ਕਰਮ ਕਰ ਰਿਹਾ ਹੈ, ਕੋਈ ਮੰਦੇ ਕਰਮ ਕਰ ਰਿਹਾ ਹੈ, ਕੋਈ ਆਲਸੀ ਹੈ, ਕੋਈ ਉਦਮੀ ਹੈ, ਕੋਈ ਝੂਠ ਬੋਲ ਰਿਹਾ ਹੈ, ਕੋਈ ਸੱਚ ਬੋਲ ਰਿਹਾ ਹੈ, ਕੋਈ ਫਰੇਬ ਕਰ ਰਿਹਾ ਹੈ, ਕੋਈ ਦਗੇਬਾਜ਼ੀਆਂ ਕਰ ਰਿਹਾ ਹੈ, ਕੋਈ ਇਮਾਨਦਾਰੀ ਦੀ ਕਿਰਤ ਕਰ ਰਿਹਾ ਹੈ, ਕੋਈ ਧੱਕਾ ਕਰ ਰਿਹਾ ਹੈ, ਕੋਈ ਨਿਮਰਤਾ ਨਾਲ ਪੇਸ਼ ਆ ਰਿਹਾ ਹੈ, ਕੋਈ ਹਉਮੈ ਚ ਗਵਾਚਿਆ। ਤਰ੍ਹਾਂ ਦੇ ਸੁਭਾਅ, ਚੰਗਿਆਈ ਦੇ ਨਾਲ ਬੰਦਾ ਜੀ ਰਿਹਾ ਹੈ ਤੇ ਬੁਰਾਈ ਦੇ ਨਾਲ ਜੀ ਰਿਹਾ। ਖੇਡ ਮਨੁੱਖ ਇਹ ਖੇਡ ਰਿਹਾ ਆਪਣੇ ਜੀਵਨ ਅੰਦਰ। ਭਲੇ ਹੀ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਅੰਦਰ ਸਾਨੂੰ ਸਾਰਿਆਂ ਨੂੰ ਧਰਮ ਦੀ ਗੱਲ ਸਮਝਾਈ ਹੈ ਤੇ ਧਰਮ ਦਾ ਮਤਲਬ ਹੈ ਅਸੀਂ ਚੰਗੇ ਬਣੀਏ, ਚੰਗਿਆਈ ਨਾਲ ਆਪਣਾ ਜੀਵਨ ਜੀਵੀਏ ਤੇ ਸਚਿਆਰੇ ਹੋ ਜਾਈਏ। ਸਚਿਆਰੇ ਬਣ ਕੇ ਅਸੀਂ ਚੰਗਿਆਈ ਦੇ ਰਾਹ ਦੇ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ, ਸੰਸਾਰ ਦੇ ਅੰਦਰ ਸੁਖ ਸ਼ਾਂਤੀ ਆਨੰਦ ਵਰਤੇ, ਸਾਡਾ ਵੀ ਭਲਾ ਹੋਵੇ, ਦੂਸਰਿਆਂ ਦਾ ਵੀ ਭਲਾ ਹੋਵੇ। ਕੁਝ ਐਸੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਪ੍ਰੇਰਣਾ ਹੈ ਧਰਮ ਦੇ ਰੂਪ ਵਿੱਚ, ਬਾਣੀ ਦੇ ਰੂਪ ਵਿੱਚ ਸਾਨੂੰ। ਇਸ ਵਾਸਤੇ ਹਜ਼ੂਰ ਤਾਂ ਇਹ ਚਾਹੁੰਦੇ ਨੇ, ਅਵਗੁਣ ਛੋੜ ਗੁਣਾ ਕਉ ਧਾਵੋ, ਅਸੀਂ ਸਾਰੇ ਔਗੁਣਾਂ ਦਾ ਤਿਆਗ ਕਰਕੇ ਗੁਣਾ ਵਾਲਾ ਜੀਵਨ ਬਸਰ ਕਰੀਏ, ਜੀਵੀਏ। ਸਤਿਗੁਰੂ ਦੀ ਪ੍ਰੇਰਣਾ ਇਹ ਹੈ। ਪਰ ਸੰਸਾਰ ਵਿੱਚ ਮਨੁੱਖ ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਚੰਗੇ ਕਰਮ ਕਰਨ ਤੋਂ ਆਲਸ ਕਰਦਾ ਹੈ, ਬੁਰੇ ਕਰਮ ਕਰਨ ਵਾਸਤੇ ਤਤਪਰ ਰਹਿੰਦਾ ਹੈ। ਜੋ ਸ਼ੀਲੇ ਕਰਮ ਕਰਦਾ ਹੈ, ਜੋ ਸ਼ੀਲਾ ਅੰਦਾਜ਼ ਰੱਖਦਾ ਹੈ, ਹਮੇਸ਼ਾ ਤਿਆਰ ਬਰ ਤਿਆਰ ਹੈ, ਜਿਸ ਨੂੰ ਪਾਤਸ਼ਾਹ ਬਾਣੀ ਚ ਕਹਿੰਦੇ ਨੇ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇੜਾ ਪੈ ਸੋਇਆ। ਚੰਗਾ ਕਰਮ ਕਰਨਾ ਹੈ, ਆਲਸੀ ਹੈ, ਮੰਦਾ ਕਰਮ ਕਰਨਾ ਹੈ, ਉਦਮ ਕਰ ਰਿਹਾ ਹੈ, ਦੌੜ ਭੱਜ ਕਰ ਰਿਹਾ ਹੈ, ਇਹ ਹੈ ਇਸ ਦੀ ਬਿਰਤੀ। ਭਾਵ ਐਸੇ ਮਨੁੱਖ ਵੀ ਹਨ ਜਿਹੜੇ ਆਪਣਾ ਆਪ ਗਵਾ ਕੇ ਵੀ ਪਰਉਪਕਾਰ ਕਰਦੇ ਨੇ, ਭਲਾ ਕਰਦੇ ਨੇ, ਧਰਮ ਦਾ, ਅਸੂਲ ਦਾ, ਸਚਾਈ ਦਾ ਪੱਲਾ ਨਹੀਂ ਛੱਡਦੇ, ਗੁਣਾਂ ਦਾ ਪੱਲਾ ਨਹੀਂ ਛੱਡਦੇ। ਐਸੇ ਲੋਕ ਵੀ ਸੰਸਾਰ ਵਿੱਚ ਹਨ ਜਿਹੜੇ ਮੰਦੇ ਕਿਰਦਾਰ ਵਾਲੇ ਪਾਸੇ, ਮਾੜੇ ਆਚਰਣ ਵਾਲੇ ਪਾਸੇ ਛੇਤੀ ਤੁਰਦੇ ਨੇ। ਔਗਣ ਇਕੱਠੇ ਕਰਨੇ, ਮੰਦੀਆਂ ਆਦਤਾਂ, ਮੰਦੀਆਂ ਵਾਸ਼ਨਾਵਾਂ, ਮਾੜੇ ਕਰਮ ਹਰ ਵੇਲੇ, ਹਰ ਘੜੀ, ਹਰ ਪਲ ਉਹਨਾਂ ਦੇ ਜੀਵਨ ਦਾ ਹਿੱਸਾ ਬਣੇ ਰਹਿੰਦੇ ਨੇ। ਹੁਣ ਸਤਿਗੁਰੂ ਨੇ ਦੋਨਾਂ ਦੀ ਗੱਲ ਕੀਤੀ ਹੈ। ਤੋ ਪ੍ਰਤੀਕ ਇਹ ਵਰਤੇ ਵੀ ਖੇਲੇ ਸਗਲ ਜਗਤ, ਸਾਰਾ ਜਗਤ ਖੇਡ ਕੀ ਖੇਡ ਰਿਹਾ ਹੈ? ਚੰਗਿਆਈਆਂ ਬੁਰਿਆਈਆਂ, ਚੰਗਿਆਈ ਤੇ ਬੁਰਿਆਈ ਦੀ ਖੇਡ ਖੇਡ ਰਿਹਾ। ਚੰਗਾ ਕਰਮ ਵੀ ਕਰ ਰਿਹਾ ਹੈ ਮਨੁੱਖ, ਮੰਦਾ ਵੀ ਕਰ ਰਿਹਾ ਹੈ। ਹੁਣ ਸਤਿਗੁਰੂ ਜੀ ਆਖਦੇ ਚੰਗਿਆਈ ਤੇ ਬੁਰਾਈ ਦੀ ਜੋ ਮਨੁੱਖ ਦੀ ਜੀਵਨ ਦੀ ਖੇਡ ਚੱਲ ਰਹੀ ਹੈ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਵਾਚੈ ਧਰਮ ਹਦੂਰ ਦਾ ਅਰਥ ਹੈ
ਅਕਾਲ ਪੁਰਖ ਦਾ ਧਰਮ ਰੂਪ ਨਿਯਮ। ਅਕਾਲ ਪੁਰਖ ਦਾ ਨਿਯਮ ਰੂਪ ਧਰਮ। ਨਿਯਮ ਤੇ ਧਰਮ ਇੱਕ ਚੀਜ਼ ਦਾ ਨਾਮ ਹੈ। ਜੋ ਵਾਹਿਗੁਰੂ ਦਾ ਨਿਯਮ ਹੈ, ਅਕਾਲ ਪੁਰਖ ਵਾਹਿਗੁਰੂ ਦਾ ਜੋ ਹੁਕਮ ਹੈ, ਉਹ ਵਾਚਾ ਹੈ। ਵਾਚਾ ਦਾ ਅਰਥ ਧਿਆਨ ਰੱਖਦਾ, ਵੇਖਦਾ। ਸਾਡੀ ਚੰਗਿਆਈ ਵੀ ਕੁਦਰਤ ਦੀ ਨਜ਼ਰ ਹੇਠ ਹੈ, ਸਾਡੀ ਬੁਰਿਆਈ ਵੀ ਉਹਦੇ ਧਰਮ ਹੇਠ ਹੈ, ਧਰਮ ਦੀ ਨਜ਼ਰ ਹੇਠ ਹੈ। ਭਾਵ ਮਨੁੱਖ ਆਪਣੀ ਚੰਗਿਆਈ ਤੇ ਆਪਣੀ ਬੁਰਿਆਈ ਕਮਾਉਣ ਵਿੱਚ ਸੁਤੰਤਰ ਹੈ, ਪਰ ਮਨੁੱਖ ਐਸਾ ਨਾ ਸੋਚੇ ਵੀ ਮੇਰੀ ਚੰਗਿਆਈ ਤੇ ਮੇਰੀ ਬੁਰਿਆਈ ਮੇਰੇ ਤੱਕ ਸੀਮਤ ਹੈ। ਨਹੀਂ, ਉਹ ਅਕਾਲ ਪੁਰਖ ਵਾਹਿਗੁਰੂ ਦੇ ਨਿਯਮ ਦੇ ਅਧੀਨ ਹੈ, ਉਹਦੇ ਧਰਮ ਦੀ ਅੱਖ ਥੱਲੇ ਹੈ, ਧਰਮ ਦੀ ਨਜ਼ਰ ਦੇ ਵਿੱਚ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਫਿਰ ਇਹਦਾ ਨਤੀਜਾ ਕੀ ਹੁੰਦਾ ਹੈ ਵੀ ਜਿਹੜਾ ਚੰਗਿਆਈ ਕਮਾ ਰਿਹਾ ਹੈ, ਬੁਰਾਈ ਕਮਾ ਰਿਹਾ ਹੈ, ਤੇ ਇਸ ਨੂੰ ਵੇਖਿਆ ਜਾ ਰਿਹਾ, ਧਰਮ ਦੀ ਅੱਖ ਇਸ ਨੂੰ ਵੇਖ ਰਹੀ ਹੈ। ਅਕਾਲ ਪੁਰਖ ਦੇ ਨਿਯਮ ਦੇ ਵਿੱਚ ਸਾਡੀ ਚੰਗਿਆਈ ਦੀ ਵੀ ਗਿਣਤੀ ਏ, ਬੁਰਾਈ ਦੀ ਵੀ ਗਿਣਤੀ ਏ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਵਾਚਾ ਹੈ, ਇਹਨੂੰ ਪਰਖ ਰਿਹਾ ਹੈ, ਇਸ ਨੂੰ ਵੇਖ ਰਿਹਾ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਜਿਹੜਾ ਧਰਮ ਵਾਹਿਗੁਰੂ ਦਾ ਹੁਕਮ ਨਿਯਮ ਜਿਹੜਾ ਹੈ, ਉਹ ਸਾਡੀ ਚੰਗਿਆਈ ਤੇ ਬੁਰਿਆਈ ਨੂੰ ਪਰਖਦਾ ਤੇ ਨਿਰਖਦਾ ਹੈ। ਉਹ ਲੁਕੀ ਨਹੀਂ, ਉਹ ਗੁੱਝੀ ਨਹੀਂ, ਉਹ ਛਿਪੀ ਨਹੀਂ। ਸਤਿਗੁਰੂ ਆਖਦੇ ਅਸੀਂ ਆਪਣੇ ਕਰਮ ਜੋ ਕੀਤੇ ਨੇ ਉਹਦੇ ਚ ਕਟੌਤੀ ਨਹੀਂ ਕਰ ਸਕਦੇ। ਵੈਸੇ ਮੈਂ ਇੱਕ ਬਾਤ ਆਪ ਜੀ ਦੇ ਨਾਲ ਜ਼ਰੂਰੀ ਸਾਂਝੀ ਕਰ ਲਵਾਂ, ਜੋ ਬੀਤ ਗਿਆ ਹੈ ਉਸ ਵਿੱਚ ਕਟੌਤੀ ਨਹੀਂ ਹੋ ਸਕਦੀ। ਜੋ ਮੈਂ ਮੰਦਾ ਕਰ ਲਿਆ ਉਹ ਮੰਦਾ ਹੀ ਰਹੇਗਾ, ਜੋ ਮੈਂ ਚੰਗਾ ਕਰ ਲਿਆ ਉਹ ਚੰਗਾ ਹੀ ਰਹੇਗਾ। ਹੁਣ ਮੈਂ ਫੈਸਲਾ ਕਰ ਸਕਦਾ ਹਾਂ ਵੀ ਹੁਣ ਮੈਂ ਕੀ ਕਰਾਂ। ਹੁਣ ਮੇਰੇ ਕੋਲ ਜਿਹੜਾ ਸਮਾਂ ਜੇ ਮੈਂ ਹੰਢਾ ਰਿਹਾ ਹਾਂ, ਜਿਹੜਾ ਸਮਾਂ ਮੈਂ ਜੀ ਰਿਹਾ, ਉਹਦੇ ਬਾਰੇ ਮੈਂ ਨਿਰਣਾ ਕਰ ਸਕਦਾ ਹਾਂ, ਤੇ ਆਉਣ ਵਾਲੇ ਸਮੇਂ ਬਾਰੇ ਮੈਂ ਵਿਉਂਤਬੰਦੀ ਹੀ ਕਰ ਸਕਦਾ ਹਾਂ। ਧਿਆਨ ਦੇਣਾ, ਦਾਵਾ ਨਹੀਂ, ਵਿਉਂਤਬੰਦੀ ਕਰ ਸਕਦਾ ਹਾਂ। ਤਿੰਨ ਗੱਲਾਂ ਨੇ। ਸਾਡਾ ਸਮਾਂ ਤਿੰਨ ਹਿੱਸਿਆਂ ਵਿੱਚ ਵੰਡਿਆ ਹੁੰਦਾ ਹੈ। ਬੀਤ ਗਿਆ ਸਮਾਂ ਹੈ ਭੂਤਕਾਲ, ਜੀ ਰਹੇ ਹਾਂ ਵਰਤਮਾਨ ਨੂੰ, ਹੰਢਾ ਲਵਾਂਗੇ ਭਵਿੱਖ ਨੂੰ। ਸਾਡੇ ਕੋਲ ਸਮੇਂ ਦੀ ਵੰਡ ਕੀਤੀ ਗਈ ਹੈ ਵਿਦਵਾਨਾਂ ਵੱਲੋਂ। ਭੂਤਕਾਲ ਨੂੰ ਅਸੀਂ ਬਦਲ ਨਹੀਂ ਸਕਦੇ, ਜੋ ਬੀਤ ਗਿਆ, ਜੋ ਹੋਇਆ ਸੋ ਫਿਕਸ ਹੈ। ਵਰਤਮਾਨ ਨੂੰ ਅਸੀਂ ਫੈਸਲੇ ਦੇ ਨਾਲ ਕਿਵੇਂ ਜੀਣਾ, ਇਹ ਸਾਡੇ ਉੱਤੇ ਡਿਪੈਂਡ ਹੈ, ਨਿਰਭਰ ਹੈ। ਤੇ ਭਵਿੱਖ ਬਾਰੇ ਅਸੀਂ ਕੇਵਲ ਸੋਚ ਸਕਦੇ ਹਾਂ, ਵਿਉਂਤ ਕਰ ਸਕਦੇ ਹਾਂ। ਬਾਕੀ ਹਾਲਾਤ ਦੱਸਣਗੇ ਸਾਡੀ ਵਿਉਂਤ ਕਿੰਨੀ ਕਾਰਗਰ ਤੇ ਸਫਲ ਹੁੰਦੀ ਹੈ ਤੇ ਕਿੰਨੀ ਨਹੀਂ ਹੁੰਦੀ। ਹੁਣ ਪਾਤਸ਼ਾਹ ਮਹਾਰਾਜ ਆਖਦੇ ਜੋ ਅਸੀਂ ਚੰਗਾ ਕੀਤਾ ਹੈ, ਜੋ ਅਸੀਂ ਮੰਦਾ ਕੀਤਾ ਹੈ, ਉਹ ਕੁਦਰਤ ਦੇ ਕਾਨੂੰਨ ਦੇ ਇਨਸਾਫ ਦੀ ਨਜ਼ਰ ਦੇ ਵਿੱਚ ਹੈ, ਤੇ ਉਹਦੇ ਮੁਤਾਬਕ ਕਰਮੀ ਆਪੋ ਆਪਣੀ 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 ਕਰਨੀ ਦੇ ਮੁਤਾਬਕ, ਆਪਣੇ ਆਪਣੇ ਕਰਮ ਦੇ ਮੁਤਾਬਕ, ਜਿਸ ਨੇ ਚੰਗਿਆਈ ਕਮਾਈ ਏ, ਜਿਸ ਨੇ ਬੁਰਿਆਈ ਕਮਾਈ, ਆਪਣੀ ਆਪਣੀ ਇਸ ਕਰਮੀ ਦੇ ਆਧਾਰ ਦੇ ਉੱਤੇ ਕੇ ਨੇੜਾ ਹੈ, ਕੇ ਦੂਰ। ਜਿਹੜਾ ਚੰਗਿਆਈ ਕਰ ਰਿਹਾ ਹੈ ਉਹ ਅਕਾਲ ਪੁਰਖ ਦੇ ਨੇੜੇ ਹੈ, ਜਿਹੜਾ ਬੁਰਿਆਈ ਕਮਾ ਰਿਹਾ ਹੈ ਉਹ ਅਕਾਲ ਪੁਰਖ ਤੋਂ ਦੂਰ ਹੈ। ਬੜੇ ਪਿਆਰੇ ਬੋਲ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਸ਼ਲੋਕ ਵਿੱਚ ਦਰਜ ਨੇ। ਆਸਾ ਕੀ ਵਾਰ ਵਿੱਚ ਆਪ ਪੜ੍ਹਦੇ ਹੋ। ਇਹ ਜਗ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇਕ ਨਾ ਹੁਕਮ ਸਮਾਏ ਲੈ, ਇਕ ਨਾ ਹੁਕਮੇ ਕਰੇ ਵਿਨਾਸ਼, ਇਕ ਨਾ ਭਾਣੈ ਕੱਢ ਲਏ, ਇਕ ਨਾ ਮਾਇਆ ਵਿੱਚ ਨਿਵਾਸ, ਏਮ ਪਿਆਖ ਨਾ ਜਾਪਈ ਜੇ ਕਿਸੈ ਆਣੇ ਰਾਸ, ਨਾਨਕ ਗੁਰਮੁਖ ਜਾਣੀਐ ਜਾ ਕਉ ਆਪ ਕਰੇ ਪ੍ਰਗਾਸ਼। ਤੋ ਸਤਿਗੁਰੂ ਨੇ ਉੱਥੇ ਭਾਣੇ ਤੇ ਹੁਕਮ ਤੇ ਰਜ਼ਾ ਦੀ ਗੱਲ ਬੜੇ ਪਿਆਰੇ ਢੰਗ ਦੇ ਨਾਲ ਕੀਤੀ। ਭਾਵ ਬੁਰੇ ਪਾਸੇ ਜਾ ਰਿਹਾ ਉਹ ਵੀ ਇੱਕ ਰੂਲ ਹੈ, ਚੰਗੇ ਪਾਸੇ ਆ ਰਿਹਾ ਇੱਕ ਪ੍ਰੋਸੈਸ ਹੈ ਨਾ। ਚੰਗੇ ਪਾਸੇ ਵੀ ਇੱਕ ਪ੍ਰੋਸੈਸ ਹੋ ਰਿਹਾ ਹੈ, ਮਾੜੇ ਪਾਸੇ ਵੀ ਹੋ ਰਿਹਾ, ਸਫ਼ਰ ਦੋਵੇਂ ਪਾਸੇ ਹੀ ਹੋ ਰਿਹਾ। ਤੁਸੀਂ ਉਚਾਈ ਤੇ ਚੜ੍ਹਨਾ ਹੈ, ਸਫ਼ਰ ਹੈ, ਉਚਾਈ ਤੋਂ ਥੱਲੇ ਡਿੱਗਣਾ ਹੈ, ਸਫ਼ਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸਫ਼ਰ ਦੀ ਗੱਲ ਬਿਆਨ ਕਰਦੇ ਨੇ। ਸਫ਼ਰ ਤੇ ਦੋਵੇਂ ਪਾਸੇ ਹੈ, ਮਿਹਨਤ ਤੇ ਦੋਵੇਂ ਪਾਸੇ ਹੈ, ਯਤਨ ਤੇ ਦੋਵੇਂ ਪਾਸੇ ਹੈ, ਉਦਮ ਤੇ ਦੋਵੇਂ ਪਾਸੇ ਹੈ, ਪਰ ਨਤੀਜਾ ਵੱਖਰਾ ਵੱਖਰਾ ਹੈ, ਫਲ ਵੱਖਰਾ ਵੱਖਰਾ ਹੈ। ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ, ਸਤਿਗੁਰੂ ਆਪਣੀ ਬਾਣੀ ਦੇ ਅੰਦਰ ਵੀ ਇਸ ਕਰਕੇ ਕਿਹਾ ਗਿਆ ਹੈ ਮਨੁੱਖ ਔਗੁਣ ਛੋੜ ਗੁਣਾ ਕੋ ਧਾਵੋ। ਤੋ ਸ਼ਲੋਕ ਵਿੱਚ ਹਜ਼ੂਰ ਨੇ ਆਖਿਆ, ਕਹਿਣ ਲੱਗੇ ਕਿ ਨੇੜੇ ਕੇ ਦੂਰ, ਜਿਸ ਨੇ ਚੰਗਿਆਈ ਕੀਤੀ ਏ ਉਹ ਅਕਾਲ ਪੁਰਖ ਦੇ ਨੇੜੇ। ਚੰਗਿਆਈ ਕਿਹੜੀ? ਜਿਹੜੀ ਪਹਿਲੀ 38ਵੀਂ ਪੌੜੀ ਵਿੱਚ ਆਖੀ ਏ, ਜਿਹੜੀ ਜਪ ਬਾਣੀ ਚ ਸਮਝਾਈ ਏ, ਉਹ ਚੰਗਿਆਈ ਜਿਸ ਨੇ ਕਮਾ ਲਈ ਉਹ ਨੇੜੇ ਹੈ। ਤੇ ਜਿਸ ਨੇ ਬੁਰਿਆਈ ਕਮਾਈ ਏ, ਸ਼ੁਭ ਗੁਣ ਜੀਵਨ ਚ ਨਹੀਂ ਵਸਾਏ, ਚੰਗਾ ਕਿਰਦਾਰ ਨਹੀਂ ਬਣਾਇਆ, ਉੱਤਮ ਕਰਨੀ, ਰੱਬੀ ਅਨੁਭਵ ਤੇ ਪਿਆਰ ਤੋਂ ਸਖਣਾ, ਉਹ ਬੁਰਿਆਈ ਦੇ ਵਿੱਚ ਲੱਗਾ ਹੋਇਆ ਮਨੁੱਖ ਜਿਹੜਾ ਹੈ, ਸਤਿਗੁਰੂ ਆਖਦੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਹੋ ਜਾਂਦਾ ਹੈ, ਉਹ ਸੱਚ ਤੋਂ ਟੁੱਟ ਜਾਂਦਾ ਹੈ, ਉਹ ਝੂਠ ਵਿੱਚ ਗਲਤਾਨ ਰਹਿੰਦਾ, ਉਹ ਕੂੜ ਕੀ ਪਾਲ ਵਿੱਚ ਵੱਜਾ ਰਹਿੰਦਾ, ਕੈਦ ਰਹਿੰਦਾ, ਝੂਠ ਦੇ ਪਰਦਿਆਂ ਵਿੱਚ ਉਲਝਿਆ ਹੋਇਆ ਹੈ। ਇਸ ਕਰਕੇ ਮਹਾਰਾਜ ਜੀ ਹੁਣ ਅਖੀਰਲੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰਦੇ ਨੇ, ਜਿਨੀ ਨਾਮ ਧਿਆਇਆ, ਜਿਨ੍ਹਾਂ ਨੇ ਅਕਾਲ ਪੁਰਖ ਪ੍ਰਮਾਤਮਾ ਦੇ ਗੁਣਾਂ ਨੂੰ, ਹੁਕਮ ਨੂੰ, ਉਸ ਦੇ ਅਨੁਭਵ ਨੂੰ, ਉਸ ਨੂੰ ਮਹਿਸੂਸ ਕਰਨ ਨੂੰ ਧਿਆਇਆ ਹੈ, ਚਿੱਤ ਵਿੱਚ ਰੱਖਿਆ ਹੈ, ਉਸ ਨੂੰ ਯਾਦ ਕੀਤਾ ਹੈ। ਸਤਿਗੁਰੂ ਕਹਿੰਦੇ ਗਏ ਮਸ਼ੱਕਤ ਘਾਲ, ਜਿਨ੍ਹਾਂ ਨੇ ਇਹ ਮਸ਼ੱਕਤ ਘਾਲੀ ਹੈ, ਇਸ ਜੀਵਨ ਦੀ ਖੇਡ ਦੇ ਵਿੱਚ ਜਿਨ੍ਹਾਂ ਨੇ ਮਸ਼ੱਕਤ ਘਾਲ ਲਈ ਹੈ, ਮਸ਼ੱਕਤ ਘਾਲਣਾ ਨੂੰ ਕਹਿੰਦੇ ਨੇ, ਮਿਹਨਤ ਨੂੰ ਕਹਿੰਦੇ, ਜਿਨ੍ਹਾਂ ਇਹ ਮਿਹਨਤ ਕੀਤੀ ਹੈ ਅਕਾਲ ਪੁਰਖ ਦੇ ਗੁਣਾਂ ਮੁਤਾਬਕ ਆਪਣਾ ਜੀਵਨ ਘੜਨਾ, ਅਕਾਲ ਪੁਰਖ ਦੇ ਪਿਆਰ ਵਿੱਚ ਜੀਣਾ, ਅਕਾਲ ਪੁਰਖ ਦੀ ਹੋਂਦ ਨੂੰ ਮਹਿਸੂਸ ਕਰਨਾ,
ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਤੇ ਕੁਦਰਤ ਨਾਲ ਇੱਕ ਸੰਯੋਗ ਮੇਲ ਬਣਾ ਕੇ ਆਪਣੀ ਜ਼ਿੰਦਗੀ ਨੂੰ ਤਨ ਮਨ ਧਨ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਸੱਤਾ ਦੇ ਉੱਤੇ ਪੂਰਨ ਵਿਸ਼ਵਾਸ ਰੱਖਦੇ ਹਾਂ। ਇਹ ਮਸ਼ੱਕਤ ਹੈ ਜਿੰਨੀ ਵੀ ਜਪ ਬਾਣੀ ਦੇ ਅੰਦਰ ਦ੍ਰਿੜ ਕਰਾਈ, ਜੋ 38ਵੀਂ ਪੌੜੀ ਤੱਕ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ, ਇਹ ਮਸ਼ੱਕਤ ਜਿਹਨੇ ਘਾਲੀ ਏ, ਇਹ ਨਾਮ ਜਿਹਨੇ ਜਪਿਆ ਹੈ, ਉਹਨਾਂ ਨੂੰ ਕੀ ਪ੍ਰਾਪਤੀ ਹੋਈ? ਸਤਿਗੁਰੂ ਕਹਿੰਦੇ ਨੇ, ਨਾਨਕ ਤੇ ਮੁਖ ਉਜਲੇ। ਹੇ ਨਾਨਕ, ਉਹਨਾਂ ਦੇ ਮੁਖ ਉਜਲੇ ਨੇ। ਉਜਲੇ ਮੁਖ ਦਾ ਅਰਥ ਹੁੰਦਾ ਹੈ ਸੁਰਖਰੂ ਹੋਏ, ਕਬੂਲ ਹੋਏ, ਸਤਿਕਾਰ ਦੇ ਪਾਤਰ, ਸਨਮਾਨ ਦੇ ਪਾਤਰ, ਜਿਨ੍ਹਾਂ ਨੂੰ ਪੰਚ ਵੀ ਆਖਿਆ ਸਤਿਗੁਰੂ ਨੇ ਬਾਣੀ ਦੇ ਅੰਦਰ। ਹਜ਼ੂਰ ਕਹਿੰਦੇ ਉਜਲੇ ਮੁਖ ਵਾਲੇ ਹਨ। ਬੰਦਾ ਮੰਦਾ ਕਰਮ ਕਰੇ ਮੁਖ ਲੁਕਾਉਂਦਾ, ਚੰਗਾ ਕਰਮ ਕਰੇ ਮਨੁੱਖ ਸ਼ਾਨ ਨਾਲ ਖਲੋਂਦਾ। ਉਜਲੇ ਮੁਖ ਵਾਲਾ, ਸਤਿਕਾਰਿਆ ਹੋਇਆ, ਸਨਮਾਨਿਆ ਹੋਇਆ। ਸਤਿਗੁਰੂ ਆਖਦੇ ਨੇ ਕੇਤੀ ਛੁਟੀ ਨਾਲ। ਕੇਤੀ ਦਾ ਅਰਥ ਹੁੰਦਾ ਹੈ ਵੀ ਉਸ ਵਿਅਕਤੀ ਦੀ, ਉਸ ਮਨੁੱਖ ਦੀ ਸੰਗਤ ਕਰਨ ਵਾਲੀ ਹੋਰ ਵੀ ਕਿੰਨੀ ਲੋਕਾਈ ਛੁੱਟ ਜਾਂਦੀ ਹੈ। ਕੁਕਰਮਾਂ ਤੋਂ, ਬੰਧਨਾਂ ਤੋਂ, ਵਹਿਮ ਭਰਮ ਤੋਂ, ਅਗਿਆਨਤਾ ਤੋਂ, ਅੰਧ ਵਿਸ਼ਵਾਸ ਤੋਂ, ਵਿਕਾਰਾਂ ਤੋਂ। ਸਤਿਗੁਰੂ ਜੀ ਆਖਦੇ ਨੇ ਉਹਨਾਂ ਦੀ ਸੰਗਤ ਕਰਨ ਵਾਲੀ, ਉਹਨਾਂ ਦੇ ਕੋਲ ਬੈਠਣ ਵਾਲੀ ਲੋਕਾਈ, ਉਹਨਾਂ ਦਾ ਸੰਗ ਮੰਨਣ ਵਾਲੀ, ਉਹਨਾਂ ਦੇ ਜੀਵਨ ਵਿੱਚ ਇੰਨੀ ਸਮਰੱਥਾ ਹੈ ਵੀ ਉਹਨਾਂ ਦੀ ਚੰਗਿਆਈ ਦੀ ਲੋ ਜਿੱਥੋਂ ਤੱਕ ਵੀ ਪਹੁੰਚ ਜਾਂਦੀ ਹੈ। ਜਿਵੇਂ ਚੰਦਨ ਦਾ ਪ੍ਰਤੀਕ ਕਬੀਰ ਸਾਹਿਬ ਜੀ ਨੇ ਬਾਣੀ ਦੇ ਵਿੱਚ ਵਰਤਿਆ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਇਸੇ ਤਰ੍ਹਾਂ ਐਸੇ ਨੇਕ ਪੁਰਖਾਂ ਦੀ, ਚੰਗਿਆਈ ਕਮਾਉਣ ਵਾਲੇ ਲੋਕਾਂ ਦੀ ਸੋਹਬਤ ਤੇ ਸੰਗਤ ਜਿਹੜੀ ਏ, ਉਹ ਕਿੰਨਿਆਂ ਦੇ ਛੁਟਕਾਰੇ ਦਾ, ਭਲੇ ਦਾ ਕਾਰਨ ਬਣਦੀ ਏ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਿਰਪਾ ਕਰਨ। ਆਪ ਸਰਬੱਤ ਸੰਗਤਾਂ ਦਾ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਬੜੇ ਪਿਆਰ, ਅਦਬ, ਸਤਿਕਾਰ ਨਾਲ ਜਪ ਬਾਣੀ ਦੀ ਸਮੁੱਚੀ ਪਾਠ, ਵਿਚਾਰ ਤੇ ਵਿਆਖਿਆ ਨੂੰ ਅਦਬ ਸਹਿਤ ਸ਼ਰਵਣ ਕੀਤਾ ਹੈ। ਸਤਿਗੁਰੂ ਦੇ ਪਿਆਰ ਵਾਲਿਓ, ਕੋਈ ਦਾਵਾ ਨਹੀਂ ਹੈ। ਸਤਿਗੁਰੂ ਜੀ ਨੇ ਜੋ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਅਸੀਂ ਆਪਣੀ ਮਤ ਬੁੱਧ ਸਮਰੱਥਾ ਅਨੁਸਾਰ ਉਸ ਨੂੰ ਵਿਚਾਰਨ ਦਾ, ਸਮਝਣ ਦਾ, ਨਿਮਾਣਾ ਜਿਹਾ ਉਪਰਾਲਾ ਕਰਨ ਦਾ ਯਤਨ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੀਏ, ਗੁਰੂ ਮਹਾਰਾਜ ਮਿਹਰ ਕਰਨ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਬਾਣੀ ਸੱਚ ਰੂਪ ਹੈ ਔਰ ਸਾਡਾ ਜੀਵਨ ਇਸ ਬਾਣੀ ਦੇ ਮੁਤਾਬਕ ਘੜਿਆ ਜਾਏ, ਸਵਰ ਜਾਏ, ਤਾਂ ਕਿ ਅਸੀਂ ਵੀ ਸੱਚ ਰੂਪ ਹੋ ਸਕੀਏ। ਇਸ ਵਾਸਤੇ ਆਪਾਂ ਸਾਰੇ ਹੀ ਰਲ ਮਿਲ ਕੇ ਨਿਮਾਣਾ ਜਿਹਾ ਯਤਨ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਣ। ਐਸੀ ਬੇਨਤੀ ਅਰਦਾਸ ਜੋਦੜੀ ਹੈ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਆਓ ਬੜੇ ਹੀ ਪਿਆਰ, ਆਦਰ ਤੇ ਸਤਿਕਾਰ ਸਹਿਤ ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।